ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ। ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੰ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਬ੍ਰਿਤ ਸਾਂਤ ਕੀ ਜਿਨ ਮਨ ਕੀਨੀ। ਜੀਵਾ ਰਾਜ ਤਮ ਕੀ ਤਜ ਦੀਨੀ। ਹੋਏ ਅਹਿੰਸ ਆਯੁਧ ਕਰ ਛੋਰੇ। ਸ੍ਰੀ ਪਤ ਕੇ ਪਦ ਪਦਮ ਨਿਹੋਰੇ। ਬ੍ਰਿਤ ਸਾਂਤ ਕੀ ਜਿਨ ਮਨ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਜਾਗਦੀ ਜੋਤ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਇਹ ਪਵਿੱਤਰ ਸਤਸੰਗਤ ਦੀਆਂ ਘੜੀਆਂ ਮਹਾਰਾਜ ਜੀ ਦਾ ਅੰਮ੍ਰਿਤ ਜਸ
ਸਰਵਣ ਕਰਨ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਅੱਜ ਭਾਈ ਮਰਦਾਨਾ ਜੀ ਦਾ ਸੱਚਖੰਡ ਜਾਣ ਦਾ ਦਿਨ ਹੈ। ਭਾਈ ਮਰਦਾਨਾ ਜੀ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਸੰਗਤ ਸਾਹ ਜੀਵਨ ਪ੍ਰਾਪਤ ਹੋਈ। ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦਾ ਨਾਮ ਆਪਣੇ ਹੀ ਕੰਠ ਤੋਂ ਬਚਪਨ ਵਿੱਚ ਰੱਖਿਆ। ਕਿਹਾ ਸੀ ਜਦੋਂ ਖੇਲਦਿਆਂ ਹੋਇਆਂ ਭਾਈ ਮਰਦਾਨਾ ਜੀ ਦੀ ਮਾਤਾ ਨੇ ਕਿ ਮਰ ਜਾਣਿਆ ਤੂੰ ਘਰ ਨੂੰ ਆ ਜਾ, ਅਤੇ ਸਤਿਗੁਰਾਂ ਜੀ ਨੇ ਪੁੱਛਿਆ ਸੀ ਕਿ ਇਸ ਦਾ ਤੁਸੀਂ ਇਹ ਨਾਮ ਕਿਉਂ ਰੱਖਿਆ। ਕਿਹਾ ਸੀ ਕਿ ਸਾਡੇ ਬੱਚਾ ਨਹੀਂ ਕੋਈ ਬਚਦਾ ਅਤੇ ਇਸ ਕਰਕੇ ਇਹਦਾ ਨਾਮ ਹੀ ਇਹੀ ਰੱਖ ਦਿੱਤਾ ਕਿ ਇਹਨੂੰ ਵੀ ਮਾਰੀ ਜਾਣਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਘਰ ਵਿੱਚ ਅੱਜ ਤੋਂ ਬਾਅਦ ਸ਼ਰਾਬ ਦਾ ਸੇਵਨ ਬੰਦ ਕਰ ਦਿਓ ਅਤੇ ਇਸ ਦੇ ਭਾਈ ਕੇਸ ਨਾ ਕੱਟਿਓ ਅਤੇ ਇਹ ਨਹੀਂ ਹੁਣ ਮਰਦਾ। ਮਹਾਰਾਜ ਜੀ ਨੇ ਮਰਦਾ ਨਾਂ ਇਹ ਨਾਂ ਰੱਖ ਦਿੱਤਾ ਅਤੇ ਭਾਈ ਮਰਦਾਨਾ ਜੀ ਜਿਨ੍ਹਾਂ ਦਾ ਨਾਮ ਏਡਾ ਵੱਡਾ ਪ੍ਰਸਿੱਧ ਹੋਇਆ, ਸ਼੍ਰੀ ਗੁਰੂ ਜੀ ਦੀ ਸੰਗਤ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਭਾਈ ਮਰਦਾਨਾ ਜੀ ਦੇ ਜ਼ਰੀਏ ਵਰਤਾਏ। ਜੋ ਇਤਿਹਾਸ ਆਪਾਂ ਆਰੰਭ ਕੀਤਾ ਹੈ, ਇਸ ਪਾਵਨ ਇਤਿਹਾਸ ਵਿੱਚ ਭਾਈ ਮਰਦਾਨਾ ਜੀ ਦਾ ਬਹੁਤ ਵੱਡਾ ਕਿਰਦਾਰ ਹੈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਕੇ ਮਹਾਨ ਬ੍ਰਹਮ ਦੀ ਅਭੇਦਤਾ ਦੀ ਪਦਵੀ ਨੂੰ ਭਾਈ ਮਰਦਾਨਾ ਜੀ ਨੇ ਪ੍ਰਾਪਤ ਕੀਤਾ। ਜਦੋਂ ਭਾਈ ਮਰਦਾਨਾ ਜੀ ਦੇ ਅੰਤ ਦਾ ਸਮਾਂ ਆਇਆ, ਕੁਝ ਇਤਿਹਾਸਕਾਰਾਂ ਨੇ ਆਪ ਦੇ ਸਰੀਰ ਦਾ ਅੰਤ ਕਰਤਾਰਪੁਰ ਸਾਹਿਬ ਵੀ ਲਿਖਿਆ ਹੈ, ਪਰ ਜੋ ਪ੍ਰਸਿੱਧ ਹੈ, ਜੋ ਅਫਗਾਨਿਸਤਾਨ ਦੇ ਅੰਦਰ ਕੁਰਮਨਾਮੇ ਦਰਿਆ ਹੈ, ਉੱਥੇ ਕੁਰਮਨਾਮੇ ਨਗਰ ਵੀ ਹੈ। ਉਸ ਕੁਰਮ ਦਰਿਆ ਦੇ ਕੰਢੇ 'ਤੇ ਭਾਈ ਮਰਦਾਨਾ ਜੀ ਨੇ ਆਪਣਾ 5 ਭੂਤਕ ਸਰੀਰ ਤਿਆਗਿਆ ਸੀ। ਸ਼੍ਰੀ ਗੁਰੂ ਜੀ ਨੂੰ ਜਦੋਂ ਪੁੱਛਿਆ ਭਾਈ ਮਰਦਾਨਾ ਜੀ ਨੇ, ਹਜ਼ੂਰ ਨੇ ਪਹਿਲਾਂ ਆਖਿਆ ਸੀ ਭਾਈ ਮਰਦਾਨਾ ਤੇਰੇ ਅੰਤ ਦਾ ਹੁਣ ਸਮਾਂ ਆ ਗਿਆ, ਤੂੰ ਸਰੀਰ ਨੂੰ ਤਿਆਗ ਕਰਕੇ ਸਾਡੇ ਸਰੂਪ ਵਿੱਚ ਅਭੇਦ ਹੋ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਮਰਦਾਨਾ ਦੱਸ ਤੇਰੇ ਸਰੀਰ ਦੀ ਅੰਤਮ ਕਿਰਿਆ ਉਹ ਕਿਵੇਂ ਕਰੀਏ, ਦਫਨਾ ਦਈਏ ਕਿ ਜਾਂ ਸੰਸਕਾਰ ਕਰ ਦਈਏ। ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਇਸਲਾਮ ਵਿੱਚ ਮੇਰਾ ਜਨਮ ਹੋਇਆ ਏ, ਤਾਂ ਮਹਾਰਾਜ ਮੇਰੇ ਧਰਮ ਦੀ ਰੀਤ ਮੁਤਾਬਕ ਹੀ ਮੈਨੂੰ ਜਿਹੜਾ ਹੈ ਉਹ ਆਪ ਦਫਨਾ ਦਿਓ। ਹਜ਼ੂਰ ਨੇ ਕਿਹਾ ਭਾਈ ਮਰਦਾਨਾ ਤੈਨੂੰ ਪ੍ਰਲੋਕ ਦੀ ਗਤ ਦਿਖਾ ਦਿੰਦੇ ਹਾਂ, ਅੱਗੇ ਜਿਵੇਂ ਤੇਰੀ ਮਰਜ਼ੀ ਹੈ ਫਿਰ ਉਵੇਂ ਕਰਾਂਗੇ। ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਭਾਵੇਂ ਕਿ ਇਸਲਾਮ ਮਤ ਵਿੱਚ ਦਫਨਾਉਂਦੇ ਹੀ ਹੈ, ਪਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਉਹਨਾਂ ਨੂੰ ਫਿਰ ਉੱਤੇ ਜਾ ਕਰਕੇ ਜਿਹੜਾ ਹੈ ਉਹ ਸੰਸਕਾਰਿਆ ਜਾਂਦਾ ਹੈ। ਉਹ ਜਦੋਂ ਪ੍ਰਲੋਕ ਦੀ ਹਾਲਤ ਭਾਈ ਮਰਦਾਨਾ ਜੀ ਦੇ ਸੀਸ 'ਤੇ ਹਜ਼ੂਰ ਨੇ ਹੱਥ ਰੱਖਿਆ, ਮਹਾਰਾਜ ਜੀ ਨੇ ਦਿਖਾਈ ਕੀ ਵੇਖਦੇ ਭਾਈ ਮਰਦਾਨਾ ਜੀ ਕਿ ਜਿਨ੍ਹਾਂ ਨੂੰ ਇੱਥੇ ਦਫਨਾਇਆ ਜਾਂਦਾ ਹੈ ਉਹਨਾਂ ਨੂੰ ਪ੍ਰਲੋਕ ਵਿੱਚ ਫਿਰ ਜਿਹੜਾ ਅੱਗ ਵਿੱਚ ਸੜਨਾ ਪੈਂਦਾ ਹੈ। ਵੇਖ ਕਰਕੇ ਭਾਈ ਮਰਦਾਨਾ ਜੀ ਜਦੋਂ ਅੱਖਾਂ ਖੋਲ੍ਹੀਆਂ ਬੇਨਤੀ ਕੀਤੀ ਮਹਾਰਾਜ ਭਾਵੇਂ ਮੇਰਾ ਜਨਮ ਇਸਲਾਮ ਵਿੱਚ ਹੋਇਆ ਹੈ, ਪਰ ਮਹਾਰਾਜ ਮੈਂ ਹਾਂ ਤਾਂ ਆਪ ਦਾ ਸਿੱਖ, ਇਸ ਕਰਕੇ ਜੋ ਆਪ ਦੇ ਸਿੱਖਾਂ ਦੀ ਰਹੁ ਰੀਤੀ ਹੈ, ਜਿਹੜੀ ਮਰਿਆਦਾ ਆਪ ਨੇ ਆਪਣੇ ਧਰਮ ਵਿੱਚ ਰੱਖੀ ਹੈ, ਬਖਸ਼ਿਸ਼ ਕੀਤੀ ਹੈ, ਮੈਨੂੰ ਮਹਾਰਾਜ ਉਸੇ ਹੀ ਮਰਿਆਦਾ ਮੁਤਾਬਕ ਮੇਰੀ ਅੰਤਮ ਕਿਰਿਆ ਆਪ ਕਰਿਓ। ਤਾਂ ਸਤਿਗੁਰਾਂ ਜੀ ਨੇ ਆਪਣੇ ਹੱਥੀਂ ਫਿਰ ਭਾਈ ਮਰਦਾਨਾ ਜੀ ਦਾ ਅੰਤਮ ਸੰਸਕਾਰ ਜਿਹੜਾ ਸੀ ਉਹ ਕੀਤਾ ਸੀਗਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਸੇਵਾ ਕੀਤੀ, ਬਹੁਤ ਇਹੋ ਜਿਹੀਆਂ ਸਾਖੀਆਂ ਵੀ ਜਦੋਂ ਭਾਈ ਮਰਦਾਨਾ ਜੀ ਦਾ ਮਨ ਕਈ ਵਾਰੀ ਕਾਹਲਾ ਪੈ ਜਾਣਾ, ਜਦੋਂ ਕੌਡੇ ਰਾਖਸ਼ ਦੇ ਆਪ
ਵਸ ਵਿੱਚ ਪਏ ਸੀਗੇ, ਉਦੋਂ ਵੀ ਬਹੁਤ ਇਹ ਕਾਰਨ ਸ੍ਰੀ ਗੁਰੂ ਜੀ ਹੀ ਬਣਾ ਦਿਆ ਕਰਦੇ ਕਿ ਭਾਈ ਮਰਦਾਨਾ ਜੀ ਦਾ ਮਨ ਜਿਹੜਾ ਸੀ ਉਹ ਪਰਿਵਾਰ ਦੇ ਵਿੱਚ ਚਲਿਆ ਜਾਂਦਾ। ਹਜ਼ੂਰ ਨੂੰ ਆਖਿਆ, ਮਹਾਰਾਜ ਕਿੰਨਾ ਸਮਾਂ ਹੋ ਗਿਆ, ਨਗਰ 'ਚ ਨਹੀਂ ਲਿਜਾਂਦੇ, ਮੇਥੋਂ ਹੁਣ ਭੁੱਖ ਨਹੀਂ ਜਰੀ ਜਾਂਦੀ, ਮੈਨੂੰ ਤਾਂ ਪਰਿਵਾਰ ਚੇਤੇ ਆਉਂਦਾ, ਮੈਂ ਹੁਣ ਤੁਹਾਡੇ ਕੋਲ ਨਹੀਂ ਰਹਿ ਸਕਾਂਗਾ। ਉਹ ਜ਼ਿਕਰ ਆਉਂਦਾ ਹੈ ਕਿ ਸਤਿਗੁਰਾਂ ਜੀ ਨੇ ਆਖਿਆ ਭਾਈ ਬਾਲਾ ਜੀ ਨੂੰ ਕਿ ਮਨਾ ਵੇਖ, ਜੇ ਤੇਰੇ ਆਖੇ ਲੱਗੇ ਤਾਂ ਫਿਰ ਭਾਈ ਬਾਲਾ ਜੀ ਨੇ ਕਿਹਾ ਕਿ ਭਾਈ ਮਰਦਾਨਾ ਕਿਉਂ ਭੁੱਲ ਜਾਣਾ ਤੂੰ, ਤੈਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪ ਖੁਦ ਨਿਰੰਕਾਰ ਨੇ। ਸ੍ਰੀ ਗੁਰੂ ਜੀ ਦੀ ਸੰਗਤ ਜਿਹੜਾ ਤਿਆਗੇ ਉਹ ਮੂਰਖ ਹੀ ਹੋ ਸਕਦਾ ਨਾ। ਭਾਈ ਮਰਦਾਨਾ ਜੀ ਕਹਿੰਦੇ ਹੁਣ ਕਿਵੇਂ ਵੀ ਹੋਵੇ ਮੈਂ ਤਾਂ ਘਰ ਨੂੰ ਪਰਤਾਂਗਾ, ਮੈਂ ਨਹੀਂ ਰਹਿ ਸਕਦਾ। ਬੜੇ ਜੋਰੋ ਜੋਰੀ ਮੱਲੋ ਮੱਲੀ ਭਾਈ ਮਰਦਾਨਾ ਜੀ ਚੱਲ ਪਏ। ਜਦੋਂ ਚੱਲ ਪਏ ਤੇ ਫਿਰ 12 ਕੋਹ ਤੇ ਰਾਖਸ਼ ਕੌਡੇ ਨੇ ਪਕੜ ਲਿਆ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਬੈਠੇ ਮੁਸਕਰਾ ਪਏ। ਸ੍ਰੀ ਗੁਰੂ ਜੀ ਮਹਾਰਾਜ ਜਦੋਂ ਮੁਸਕਰਾਏ ਤੇ ਭਾਈ ਬਾਲਾ ਜੀ ਨੇ ਪੁੱਛਿਆ, ਮਹਾਰਾਜ ਹਜ਼ੂਰ ਆਪ ਮੁਸਕਰਾਏ ਕਿਉਂ ਹੋ? ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਾ ਕਾਬੂ ਆ ਗਿਆ, ਰਾਖਸ਼ ਨੇ ਪਕੜ ਲਿਆ। ਤੇ ਫਿਰ ਭਾਈ ਬਾਲਾ ਜੀ ਕਹਿੰਦੇ ਮੈਂ ਪੁੱਛਿਆ, ਮਹਾਰਾਜ ਇੱਥੋਂ ਕਿੰਨੀ ਦੂਰ ਹੈ? ਹਜ਼ੂਰ ਨੇ ਕਿਹਾ ਭਾਈ ਬਾਲਿਆ ਇੱਥੋਂ 12 ਕੋਹ ਦੀ ਦੂਰੀ 'ਤੇ ਹੈ। ਤਾਂ ਮਹਾਰਾਜ ਉੱਥੇ ਤੱਕ ਤਾਂ ਫਿਰ ਅਸੀਂ ਪਹੁੰਚ ਨਹੀਂ ਸਕਾਂਗੇ। ਤੇ ਹਜ਼ੂਰ ਇਉਂ ਆਪਣੇ ਸ਼੍ਰੀ ਕੰਠ ਤੋਂ ਕਿਹਾ ਕਰਦੇ ਕਿ ਭਾਈ ਬਾਲਿਆ ਕਰਤਾਰ ਦੇ ਰੰਗ ਵੇਖ। ਮਹਾਰਾਜ ਜੀ ਨੇ ਭਾਈ ਬਾਲਾ ਜੀ ਕਹਿੰਦੇ ਉਸੇ ਸਮੇਂ ਮੇਰੀ ਬਾਂਹ ਨੂੰ ਪਕੜਿਆ ਤੇ ਉੱਥੇ ਆ ਕਰਕੇ ਅਸੀਂ ਪ੍ਰਗਟ ਹੋ ਗਏ ਜਿੱਥੇ ਭਾਈ ਮਰਦਾਨਾ ਜੀ ਨੂੰ ਬੰਨ੍ਹਿਆ ਹੋਇਆ। ਜਦੋਂ ਭਾਈ ਮਰਦਾਨਾ ਜੀ ਬੱਝੇ ਹੋਏ ਸੀ ਨਾ, ਮਨ ਹੀ ਮਨ ਸ੍ਰੀ ਗੁਰੂ ਜੀ ਨੂੰ ਯਾਦ ਕਰ ਰਹੇ ਸੀ ਕਿ ਮਹਾਰਾਜ ਮੈਂ ਆਖਿਆ ਨਹੀਂ ਤੁਹਾਡਾ ਮੰਨਿਆ, ਇਹ ਮੇਰੀ ਹਾਲਤ ਹੋਈ, ਹੁਣ ਮੈਨੂੰ ਕੌਣ ਛੁਡਾਵੇਗਾ? ਨਾ ਕੋਈ ਅੱਗੇ ਨਾ ਪਿੱਛੇ, ਹੁਣ ਤਾਂ ਮੇਰੀ ਮੌਤ ਨਿਸ਼ਚਿਤ ਹੈ। ਇਉਂ ਮਨ ਵਿੱਚ ਸੋਚ ਰਹੇ ਸੀ ਕਿ ਸ੍ਰੀ ਗੁਰੂ ਜੀ ਨੇ ਜਦੋਂ ਦਰਸ਼ਨ ਦਿੱਤੇ, ਭਾਈ ਮਰਦਾਨਾ ਜੀ ਮਨ ਵਿੱਚ ਧਰਵਾਸ ਆ ਗਿਆ ਕਿ ਹਜ਼ੂਰ ਮੈਨੂੰ ਛਡਾਉਣ ਆ ਗਏ। ਸਤਿਗੁਰੂ ਜੀ ਨੇ ਫਿਰ ਇਉਂ ਪਿਆਰ ਨਾਲ ਵਿਅੰਗ ਕਰਦਿਆਂ ਹੋਇਆਂ ਕਿਹਾ, ਭਾਈ ਮਰਦਾਨਿਆ ਤੂੰ ਘਰ ਨਹੀਂ ਜਾਂਦਾ, ਇੱਥੇ ਕਿਉਂ ਬੈਠਾ ਹੁਣ? ਤੇ ਸ਼ਰਮਿੰਦਗੀ ਨਾਲ ਫਿਰ ਅੱਖਾਂ ਨੀਵੀਆਂ ਕਰ ਲਈਆਂ ਸੀਗੀਆਂ। ਮਹਾਰਾਜ ਭਾਈ ਮਰਦਾਨੇ ਨੂੰ ਦਿਸ ਰਹੇ ਸੀ, ਰਾਖਸ਼ ਕੌਡੇ ਨੂੰ ਨਹੀਂ ਸੀ ਮਹਾਰਾਜ ਅਜੇ ਦਿਖਾਈ ਦਿੱਤੀ। ਤੇ ਉਸ ਸਮੇਂ ਉਹਨੇ ਤੇਲ ਦਾ ਕੜਾਹਾ ਤਲਿਆ ਹੋਇਆ ਸੀਗਾ ਤੇ ਜਦੋਂ ਭਾਈ ਮਰਦਾਨਾ ਜੀ ਨੂੰ ਉਹਦੇ ਵਿੱਚ ਸੁੱਟਣ ਲੱਗਾ, ਬੜੀਆਂ ਤਰਸ ਵਾਲੀਆਂ ਨਿਗਾਹ ਨਾਲ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਜੀ ਵੱਲ ਵੇਖਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਉਂ ਤੱਕ ਰਹੇ ਆ ਪਰ ਕੁਝ ਕਿਹਾ ਨਹੀਂ। ਤੇ ਜਦੋਂ ਤੇਲ ਦੇ ਤਪਦੇ ਕੜਾਹੇ ਦੇ ਅੰਦਰ ਭਾਈ ਮਰਦਾਨਾ ਜੀ ਨੂੰ ਸੁੱਟਿਆ ਸੀ ਕੌਡੇ ਰਾਖਸ਼ ਨੇ, ਤੇ ਉਸੇ ਸਮੇਂ ਭਾਈ ਮਰਦਾਨਾ ਜੀ ਦੇ ਮੁਖ ਤੋਂ ਸ੍ਰੀ ਗੁਰੂ ਜੀ ਦਾ ਨਾਮ ਨਿਕਲ ਗਿਆ। ਜਦੋਂ ਤੇਲ ਦੇ ਕੜਾਹੇ ਵਿੱਚ ਹੁਣ ਦੇਖ ਲਿਆ ਕਿ ਮੈਨੂੰ ਇਹਨੇ ਚਲਾ ਕੇ ਸਿੱਟ ਦੇਣਾ, ਤੇ ਡਿੱਗਦਿਆਂ ਡਿੱਗਦਿਆਂ ਜਦੋਂ ਮਹਾਰਾਜ ਜੀ ਦਾ ਨਾਮ ਆਪਣੇ ਮੁਖ ਤੋਂ ਲਿਆ ਨਾ, ਤੇ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਐਸੀ ਕਲਾ ਵਰਤੀ ਕਿ ਉਹ ਤਪਦਾ ਹੋਇਆ ਤੇਲ ਠੰਡਾ ਹੋ ਗਿਆ, ਸਗੋਂ ਭਾਈ ਮਰਦਾਨਾ ਜੀ ਨੂੰ ਸਰੀਰ ਵਿੱਚ ਗੁਦਗੁਦੀ ਹੋਵੇ ਤੇਲ ਦੇ ਨਾਲ। ਉਹ ਰਾਖਸ਼ ਵੇਖ ਕਰਕੇ ਉਦੋਂ ਹੀ ਮਹਾਰਾਜ ਫਿਰ ਆਪਣਾ ਸਰੂਪ ਹਜ਼ੂਰ ਨੇ ਪ੍ਰਗਟ ਕੀਤਾ। ਉਹ ਸਾਰੀ ਸਾਖੀ ਰਾਖਸ਼ ਕੌਡੇ ਦਾ ਮਹਾਰਾਜ ਸਾਹਿਬ ਫਿਰ ਉਧਾਰ ਕੀਤਾ। ਉਹਦਾ ਕਾਰਨ ਵੀ ਤਾਂ ਭਾਈ ਮਰਦਾਨਾ ਜੀ ਬਣੇ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਉਂ ਜਰੀਆ ਭਾਈ ਮਰਦਾਨਾ ਜੀ ਨੂੰ ਬਣਾ ਕੇ ਬਹੁਤ ਸਤਿਗੁਰਾਂ ਨੇ ਜੀਆਂ ਦਾ ਉਧਾਰ ਕੀਤਾ। ਇਉਂ ਕਈ ਵਾਰੀ ਫਿਰ ਭਾਈ ਮਰਦਾਨਾ ਜੀ ਨੇ ਆਖਣਾ, ਮਹਾਰਾਜ ਭੁੱਖ ਦੇ ਦੁੱਖੋਂ ਮੇਰੀ ਜਾਨ ਨਿਕਲ ਜੇਗੀ, ਜਦੋਂ ਮਹਾਰਾਜ ਮੈਂ ਮਰ ਜਾਵਾਂਗਾ ਫਿਰ ਕੀ ਹੋਵੇਗਾ? ਸ੍ਰੀ ਗੁਰੂ ਜੀ ਨੇ ਇਹ ਬਚਨ ਕਹਿਣੇ, ਭਾਈ ਮਰਦਾਨਿਆਂ ਸਾਨੂੰ ਨਾਲ ਲੈ ਕੇ ਆਂਦੇ ਦੀ ਲਾਜ ਹੈ, ਤੈਨੂੰ ਮਰਨ ਨਹੀਂ ਦਿਆਂਗੇ। ਮਹਾਰਾਜ ਹੁਣ ਤਾਂ ਫਿਰ ਜੇ ਮੈਂ ਮਰ ਹੀ ਗਿਆ ਫਿਰ ਕੀ ਹੋਊਗਾ? ਸ੍ਰੀ ਗੁਰੂ ਜੀ ਹੱਸ ਕੇ ਕਿਹਾ, ਭਾਈ ਮਰਦਾਨਿਆਂ ਜੇ ਮਰ ਵੀ ਗਿਆ ਤੇ ਤਾਂ ਵੀ ਜਿੰਦਾ ਕਰ ਦਾਂਗੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇੰਨਾ ਲਾਡ ਕਰਦੇ। ਇਹ ਸਤਿਗੁਰੂ ਦੀਆਂ ਬੇਅੰਤ ਖੁਸ਼ੀਆਂ ਭਾਈ ਮਰਦਾਨਾ ਜੀ ਨੂੰ ਪ੍ਰਾਪਤ ਹੋਈਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚ ਭਾਈ ਬਾਲਾ ਜੀ ਨੇ ਜੋ ਸੁਣਾਉਣਾ ਹੈ, ਇਹ ਸਾਰਾ ਇਤਿਹਾਸ ਭਾਈ ਮਰਦਾਨਾ ਜੀ ਦਾ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵਿਚਰੇ ਹੈ।
ਨਵਾਂ ਖੰਡਾਂ ਦੀ ਪ੍ਰਿਥਵੀ ਦਾ ਰਟਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਰਵਾਇਆ ਹੈ। ਅੱਜ ਭਾਈ ਮਰਦਾਨਾ ਜੀ ਦਾ ਸੱਚਖੰਡ ਜਾਣ ਦਾ ਦਿਨ ਹੈ। ਹਜੂਰ ਦੀ ਸੰਗਤ ਕਰਕੇ ਜਿਹੜੇ ਨਿਹਾਲ ਹੋਏ, ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਨੂੰ ਮਹਾਨ ਕੀਰਤਨੀਏ ਦਾ ਖਿਤਾਬ ਦਿੱਤਾ, ਐਸੇ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਨੰਦ ਸਿੱਖ। ਆਓ ਇਤਿਹਾਸ ਦੀ ਕਥਾ ਜੋ ਲੜੀਵਾਰ ਚੱਲ ਰਹੀ ਹੈ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਜਿਸ ਰਾਏ ਭੋਏ ਦੀ ਤਲਵੰਡੀ ਤੇ ਹਜੂਰ ਦਾ ਆਗਮਨ ਹੋਣਾ, ਉਸ ਧਰਤੀ ਦਾ ਜੋ ਦ੍ਰਿਸ਼ ਹੈ ਉਹ ਕਵੀਰਾਜ ਜੀ ਨੇ ਦਿਖਾਇਆ ਹੈ। ਕਿਹਾ ਕਿ ਇਹ ਧਰਤੀ ਸਾਰੀ ਧਰਤੀਆਂ ਵਿੱਚੋਂ ਰਾਜਾ ਰੂਪ ਧਰਤੀ ਹੈ। ਫਿਰ ਕਹਿੰਦੇ ਕੇਵਲ ਕਿਹਾ ਨਹੀਂ, ਇਸ ਧਰਤੀ ਦੇ ਲੱਛਣ ਰਾਜਿਆਂ ਵਰਗੇ ਪ੍ਰਗਟ ਹੋ ਰਹੇ ਹੈ। ਇਸ ਧਰਤੀ ਦੇ ਇੱਕ ਪਾਸੇ ਵਗਦਾ ਹੋਇਆ ਰਾਵੀ ਦਰਿਆ, ਉਹ ਤਾਂ ਇਸ ਬਾਰ ਦੇਸ਼ ਦੇ ਉੱਪਰ ਪੱਖਾ ਕਰ ਰਿਹਾ ਹੈ। ਵਗਦਾ ਹੋਇਆ ਤੇਜ ਤੁਗਿਆਨੀ ਦੇ ਸਹਿਤ ਜਿਹੜਾ ਚਨਾਬ ਦਰਿਆ ਹੈ, ਇਹਦਾ ਇੰਨਾ ਸਵੱਛ ਸਫੇਦ ਚਿੱਟਾ ਜਲ ਹੈ ਕਿ ਇਹ ਬਾਰ ਦੇਸ਼ ਦੇ ਉੱਪਰ ਚੌਰੀ ਕਰ ਰਿਹਾ ਹੈ। ਇਸ ਤਰ੍ਹਾਂ ਫਿਰ ਕਹਿੰਦੇ ਹੈ ਘੋੜੇ ਬੜੀ ਆਲਾ ਨਸਲ ਦੇ ਪੈਦਾ ਹੁੰਦੇ ਐ ਇਸ ਦੇਸ਼ ਦੇ ਅੰਦਰ। ਹੋਰ ਵੀ ਜਿਹੜੇ ਪਸ਼ੂ ਹਨ ਸ੍ਰੇਸ਼ਟ ਜਾਤੀਆਂ ਦੇ, ਉਹ ਬੜੇ ਚੰਗੀਆਂ ਨਸਲਾਂ ਵਾਲੇ ਇਸ ਦੇਸ਼ ਦੇ ਮੰਨੇ ਗਏ ਹੈ। ਫਿਰ ਕਿਹਾ ਸ੍ਰੀ ਗੁਰੂ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਹੀ ਜਿਹੜੀਆਂ ਗਾਵਾਂ ਹਨ ਨਾ, ਉਹ ਵੀ ਅੰਮ੍ਰਿਤ ਵਰਗਾ ਦੁੱਧ ਦੇਣ ਲੱਗ ਪਈਆਂ ਨੇ। ਬਹੁਤ ਪਸ਼ੂਆਂ ਦਾ ਵੀ ਦੁੱਧ ਜਿਹੜਾ ਉਹ ਵਧਿਆ ਹੈ। ਬੜਾ ਸਾਰੇ ਜੀਆਂ ਦਾ ਮਨ ਸੁਖੀ ਹੋਇਆ ਹੈ। ਤੇ ਰਾਹਗੀਰ ਜਿਹੜੇ ਤਲਵੰਡੀ ਦੇ ਵਿੱਚੋਂ ਦੀ ਲੰਘਦੇ ਹੈ, ਉਹਨਾਂ ਦਾ ਮਨ ਮੋਹਿਆ ਜਾਂਦਾ ਹੈ ਕਿ ਕਹੇ ਜੀ ਸੁੰਦਰ ਨਗਰੀ ਹੈ। ਵਿਸ਼ਵਕਰਮਾ ਵੀ ਵੇਖ ਕੇ ਹੈਰਾਨ ਹੋ ਗਿਆ ਕਿ ਇਹ ਜੀ ਨਗਰੀ ਜਿਵੇਂ ਸੱਚਖੰਡ ਹੀ ਵਸਦਾ ਹੋਵੇ। ਫਿਰ ਉਸ ਨਗਰੀ ਦੇ ਅੰਦਰ 4 ਵਰਨਾਂ ਕਰਕੇ ਉਹ ਪੂਰੀ ਹੋਈ ਹੈ। ਜਿਹੜੇ ਬ੍ਰਾਹਮਣ ਹਨ ਉਹ ਵੀ ਬੜੇ ਵਿਦਵਾਨ ਪੁਰਖ ਰਹਿੰਦੇ ਹੈ, ਜਿਹੜੇ ਮੁਕਤੀ ਦੀ ਇੱਛਾ ਵਾਲੇ, ਆਪਣੇ ਪਰਮਾਰਥ ਦੇ ਭਲੇ ਲਈ ਵਿਚਾਰਦੇ ਹੈ। ਜਿਹੜੇ ਦਿਖਾਵੇ ਵਾਸਤੇ, ਜਜਮਾਨਾਂ ਨੂੰ ਖੁਸ਼ ਕਰਨ ਵਾਸਤੇ ਉਹ ਨਹੀਂ, ਜਿਹੜੇ ਪਰਲੋਕ ਦਾ ਭਲਾ ਲੋਚਦੇ ਹੈ। ਐਸੇ ਜਿਹੜੇ ਪੰਡਤ ਹਰਦਿਆਲ ਜੀ ਵਰਗੇ, ਜਿਨ੍ਹਾਂ ਨੇ ਸ੍ਰੀ ਗੁਰੂ ਜੀ ਦਾ ਦਰਸ਼ਨ ਪਾ ਕੇ ਸਤਿਗੁਰਾਂ ਜੀ ਤੋਂ ਗਿਆਨ ਦੀ ਇੱਛਾ ਕੀਤੀ ਸੀਗੀ, ਐਸੇ ਵਿਦਵਾਨ ਪੰਡਤ ਪਰਮਾਰਥ ਦੇ ਭਲੇ ਦੇ ਇੱਛੁਕ ਜਿਹੜੇ ਹਨ ਉਹ ਰਹਿੰਦੇ ਹੈ। ਫਿਰ ਛਤਰੀ ਰਹਿੰਦੇ ਹੈ, ਜਿਨ੍ਹਾਂ ਦਾ ਧਰਮ ਦੇ ਯੁੱਧ ਵਿੱਚ ਕਰਨ ਵਿੱਚ ਬੜਾ ਪਿਆਰ ਹੈ। ਫਿਰ ਜਿਹੜੇ ਵੈਸ਼ ਰਹਿੰਦੇ ਆ, ਆਪਣੀ ਕਿਰਤ ਕਰਦੇ ਹੈ ਤੇ ਬਹੁਤ ਜ਼ਿਆਦਾ ਧਰਮ ਦੇ ਨਾਂ ਦੇ ਉੱਪਰ ਖਰਚਦੇ ਹੈ। ਤੇ ਸਭ ਦਾ ਹੀ ਇਸ ਪ੍ਰਕਾਰ ਜਿਹੜਾ ਹੈ ਨਾ, ਉਹ ਜਿਹੜਾ ਹੈ ਵਪਾਰ ਕਰਕੇ ਰੁਜ਼ਗਾਰ ਦਾ ਜਿਹੜਾ ਹੈ ਉਹ ਪ੍ਰਵਾਹ ਚੱਲਦਾ ਹੈ। ਹੱਟੀਆਂ ਸਾਰੀਆਂ ਸਮੱਗਰੀ ਕਰਕੇ ਭਰੀਆਂ ਹੋਈਆਂ ਨੇ। ਬਹੁਤ ਸੋਹਣੀਆਂ ਸੌਜ ਨਾਲ ਮੰਡੀਆਂ ਫੱਬਦੀਆਂ ਹਨ। ਇਉਂ ਸੂਦਰ ਸਭ ਦੀ ਸੇਵਾ ਕਰਦੇ ਹੈ। ਇਹੋ ਜੀ ਤਲਵੰਡੀ ਭਲੀ ਨਗਰੀ ਹੈ। ਫਿਰ ਕਵੀਰਾਜ ਨੇ ਦੱਸਿਆ ਉੱਥੇ ਅਟਾਰੀਆਂ ਬੜੀਆਂ ਸੁੰਦਰ ਨੇ। ਇਉਂ ਲੱਗਦਾ ਜਿਵੇਂ ਬੱਦਲਾਂ ਨਾਲ ਗੱਲਾਂ ਕਰਦੀਆਂ ਹੋਣ। ਤੇ ਕੰਧ ਹੈ ਜਿਹੜੀ ਤਲਵੰਡੀ ਦੇ ਦੁਆਲੇ, ਉਹ ਇਉਂ ਲੱਗਦੀ ਜਿਵੇਂ ਪਹਾੜ ਦੀ ਬਰਾਬਰਤਾ ਕਰ ਰਹੀ ਹੋਵੇ। ਇਸ ਤਰ੍ਹਾਂ ਸੋਹਣੀ ਭਲੀ ਇਹ ਨਗਰੀ, ਜਿਸ ਦੇ ਅੰਦਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਵੰਸ਼ਜ ਰਹਿੰਦੇ ਹੈ। ਤੇ ਇਹ ਕੈਸੇ ਹਨ, ਜਿਨ੍ਹਾਂ ਨੇ ਕਹਿੰਦੇ ਹੈ ਕਿ ਜਿਹੜਾ ਬੇਦਕਾ ਇਹੋ ਜੀ ਬਣਾਈ ਹੋਈ ਹੈ, ਜਿਨ੍ਹਾਂ ਨੇ ਯੁੱਧ ਰੂਪੀ ਬੇਦਕਾ ਥਾਪੀ ਹੋਈ ਹੈ। ਤੇ ਉਹ ਫਿਰ ਅੱਗ ਦਾ ਕੁੰਡ ਹੁੰਦਾ, ਕਹਿੰਦੇ ਕਾਲ ਦਾ ਹੀ ਜਿਹੜਾ ਇਹਨਾਂ ਜ਼ਾਲਮਾਂ ਵਾਸਤੇ ਮੂੰਹ ਇਹ ਅੱਗ ਦਾ ਕੁੰਡ ਹੀ ਥਾਪਿਆ ਹੋਇਆ ਹੈ। ਉਹਦੇ ਵਿੱਚ ਫਿਰ ਦੁਸ਼ਟਾਂ ਦਾ ਮਾਸ ਰੂਪੀ ਅਹੂਤੀਆਂ, ਦੁਸ਼ਟਾਂ ਦਾ ਲਹੂ ਰੂਪੀ ਅਹੂਤੀਆਂ ਪਾਉਣਾ ਕੀਤੀਆਂ ਹਨ। ਐਸੋ ਜਿਹੇ ਸ਼ਸਤਰਧਾਰੀ ਜਿਹੜੇ ਹਨ, ਅਸ ਬੇਦੀ ਵਾਸੀ ਤਲਵੰਡੀ, ਜਿਨ ਕੀ ਕੀਰਤ ਹੈ ਜਗ ਮੰਡੀ। ਕਵੀਰਾਜ ਕਹਿੰਦੇ ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਕੀਰਤੀ ਸਾਰੇ ਜਗਤ ਦੇ ਅੰਦਰ ਪ੍ਰਸਿੱਧ ਹੈ। ਇਹੋ ਜਿਹੇ ਪ੍ਰਤਾਪਵਾਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪੂਰਵਜ ਇਸ ਤਲਵੰਡੀ ਨਗਰ ਦੇ ਅੰਦਰ ਰਹਿੰਦੇ ਹੈ। ਇਸ ਤਰ੍ਹਾਂ ਕਵੀਰਾਜ ਜੀ ਨੇ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵੰਸ਼ਜ ਗੁਰੂ ਸਾਹਿਬ ਦੇ ਪੂਰਵਜ ਜੋ ਤਲਵੰਡੀ ਨਗਰੀ ਦੇ ਅੰਦਰ ਵਸਦੇ ਹੈ।
ਜਿਵੇਂ ਅੱਗੇ ਕਥਾ ਆ ਰਹੀ ਹੈ, ਆਓ ਪ੍ਰੇਮ ਨਾਲ ਸਰਵਣ ਕਰੀਏ। ਹਜੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਿੱਛੋਂ ਪੜਿਓ ਦੋ ਪੰਕਤੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਿਰੰਕਾਲ ਤਹਿ ਰਹਿਤ ਬਿਤਾਈ। ਚਿਰਕਾਲ ਸਮਾਂ ਉੱਥੇ ਹਜੂਰ ਦੇ ਪੂਰਵਜਾਂ ਨੇ ਰਹਿੰਦਿਆਂ ਹੋਇਆਂ ਜਦੋਂ ਪਤੀਤ ਹੋਇਆ। ਭਾ ਸ਼ਿਵ ਰਾਮ ਤਾਸ ਕੁਲ ਮਾਹੀ। ਇਸ ਬੇਦੀ ਵੰਸ਼ ਦੇ ਅੰਦਰ ਸ਼ਿਵ ਰਾਮ ਜੀ ਦਾ ਜਨਮ ਜਿਹੜਾ ਸੀ ਹੋਇਆ ਹੈ। ਬ੍ਰਿਤ ਸ਼ਾਂਤ ਕੀ ਜਿਨ ਮਨ ਕੀਨੀ। ਜਿਨ੍ਹਾਂ ਨੇ ਆਪਣੇ ਮਨ ਦੀ ਬਿਰਤੀ ਜਿਹੜੀ ਸੀ ਉਹ ਸ਼ਾਂਤ ਕੀ ਸੁਭਾਅ ਜਿਹੜਾ ਸੀ ਉਹ ਧਾਰਨ ਕਰ ਲਿਆ। ਜੀਵਾ ਰਜ ਤਮ ਕੀ ਤਜ ਦੀਨੀ। ਜਿਹੜੀ ਰੁਜ਼ਗਾਰ ਸੀਗਾ ਰਾਜ ਸੀ ਤੇ ਤਾਮ ਸੀ, ਇਹ ਜਿਹੜੀ ਉਪਜੀਵਕਾ ਉਹਨਾਂ ਨੇ ਤਿਆਗ ਦਿੱਤੀ, ਛੱਡ ਦੇਣਾ ਕੀਤੀ। ਹੋਏ ਅਹਿੰਸ ਆਯੁੱਧ ਕਰ ਛੋਰੇ। ਤੇ ਫਿਰ ਹਿੰਸਾ ਤੋਂ ਰਹਿਤ ਹੋ ਕਰਕੇ ਭਾਵ ਜੀਵ ਹੱਤਿਆ ਛੱਡ ਕਰਕੇ ਜਿਹੜਾ ਸੀਗਾ ਮਨ ਇੰਨਾ ਉਪਰਾਮ ਹੋ ਗਿਆ, ਵਾਹਿਗੁਰੂ ਦੀ ਭਗਤੀ ਵਿੱਚ ਲੱਗ ਗਏ। ਤੇ ਇਉਂ ਜਿਹੜੇ ਸ਼ਸਤਰ ਸੀ ਜਿਹੜਾ ਉਹਨਾਂ ਦਾ ਫਿਰ ਤਿਆਗ ਕਰ ਦਿੱਤਾ, ਹੱਥੋਂ ਛੱਡ ਦਿੱਤੇ। ਸ੍ਰੀ ਪਤ ਕੇ ਪਦ ਪਦਮ ਨਿਹੋਰੇ। ਜੋ ਮਾਇਆ ਦੇ ਪਤੀ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਫਿਰ ਧਿਆਨ ਜਿਹੜਾ ਸੀ ਉਹ ਕੀਤਾ ਇੱਕ ਰਸ। ਤੇਹ ਬਨਾਰਸੀ ਨਾਮ ਸੋਤੀਆ। ਉਹਨਾਂ ਦੇ ਧਰਮ ਸੁਪਤਨੀ ਜਿਨ੍ਹਾਂ ਦਾ ਨਾਮ ਮਾਤਾ ਬਨਾਰਸੀ ਕਰਕੇ ਆਇਆ ਹੈ। ਪਤ ਬ੍ਰਤ ਧਰਮ ਜਾਸ ਦ੍ਰਿੜ ਕੀਆ। ਜਿਨ੍ਹਾਂ ਨੇ ਪਤੀ ਵਰਤਾ ਧਰਮ ਨੂੰ ਆਪਣੇ ਮਨ ਦੇ ਅੰਦਰ ਦ੍ਰਿੜ ਕੀਤਾ, ਪੱਕਿਆਂ ਕੀਤਾ। ਤਿਨ ਤੇ ਸੁਤ ਜੁਗ ਭਏ ਸੋ ਚਾਲੂ। ਤੋ ਤਿੰਨਾਂ ਤੋਂ ਦੋ ਪੁੱਤਰ ਜਿਹੜੇ ਆ ਉਹ ਪੈਦਾ ਹੋਏ, ਜਿਨ੍ਹਾਂ ਦਾ ਬੜਾ ਹੀ ਸ੍ਰੇਸ਼ਟ ਆਚਰਣ ਹੈ। ਸ਼ੁਭ ਆਚਰਣ ਵਾਲੇ ਦੋ ਪੁੱਤਰ ਪੈਦਾ ਹੋਏ, ਜਿਸ ਸਮੇਂ ਬਾਬਾ ਸ਼ਿਵ ਰਾਮ ਜੀ ਦੇ ਤੇ ਮਾਤਾ ਬਨਾਰਸੀ ਜੀ ਦੇ ਘਰ ਦੇ ਅੰਦਰ। ਵੱਡ ਕਾਲੂ ਛੋਟੇ ਸ਼ੁਭ ਲਾਲੂ। ਵੱਡੇ ਤਾਂ ਬਾਬਾ ਕਾਲੂ ਜੀ ਹਨ ਤੇ ਛੋਟੇ ਜੋ ਸ੍ਰੇਸ਼ਟ ਬਾਬਾ ਲਾਲੂ ਜੀ ਹਨ। ਵੱਡ ਭਾਗੀ ਜੋ ਹੈ ਸ਼ੁਭ ਕਰਮੀ। ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਸ਼ੁਭ ਕਰਮਾਂ ਨੂੰ ਕਰਨ ਵਾਲੇ ਨੇ ਦੋਵੇਂ ਪੁੱਤਰ। ਭਗਤ ਪਰਾਇਣ ਨਿਸਚਲ ਧਰਮੀ। ਇਹ ਭਗਤੀ ਦੇ ਪਰਾਇਣ, ਇੱਕ ਰਸ ਧਰਮ ਨੂੰ ਆਪਣੇ ਅੰਦਰ ਗ੍ਰਹਿਣ ਕਰਨ ਵਾਲੇ, ਧਰਮ ਵਿੱਚ ਆਪਣੇ ਮਨ ਨੂੰ ਅਸਥਿਤ ਰੱਖਣ ਵਾਲੇ। ਜਪ ਤਪ ਬ੍ਰਤ ਨੇਮ ਸਮੁਦਾਏ। ਹੁਣ ਕਵੀਰਾਜ ਜੀ ਇਹ ਬਾਬਾ ਕਾਲੂ ਜੀ ਦੇ ਜੋ ਜੀਵਨ ਦੇ ਉੱਪਰ ਇਹ ਜਿਹੜਾ ਹੈ ਕਵੀਰਾਜ ਧਿਆਨ ਦਿਵਾ ਰਹੇ ਹੈ ਕਿ ਕੇਵਲ ਇੱਕ ਜਨਮ ਦੀ ਇੱਛਾ ਨਹੀਂ ਹੈ ਬਾਬਾ ਕਾਲੂ ਜੀ ਦੀ, ਬਹੁਤ ਸਾਰੇ ਜਨਮਾਂ ਦੇ ਵਿੱਚ ਇਹਨਾਂ ਨੇ ਬੰਦਗੀ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਇਹਨਾਂ ਦੇ ਗ੍ਰਹਿ ਵਿਖੇ ਹੋਣਾ ਕੋਈ ਛੋਟੀ ਬਾਤ ਨਹੀਂ ਹੈ। ਬਹੁਤ ਜਨਮਾਂ ਦੀ ਭਗਤੀ ਹੈ ਬਾਬਾ ਕਾਲੂ ਜੀ ਦੀ, ਜਿਸ ਕਰਕੇ ਕਿ ਆਪ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਦੇ ਘਰੇ ਅਵਤਾਰ ਧਾਰਿਆ ਹੈ। ਕਵੀਰਾਜ ਉਧਰ ਹੁਣ ਧਿਆਨ ਜਿਹੜਾ ਹੈ ਖਿੱਚਦੇ ਹੈ ਕਿ ਬਾਬਾ ਕਾਲੂ ਜੀ ਦਾ ਕੈਸੇ ਕੈਸੇ ਪਹਿਲੇ ਜਨਮਾਂ ਵਿੱਚ ਇਹਨਾਂ ਨੇ ਬੰਦਗੀ ਕੀਤੀ ਹੈ, ਕਿਵੇਂ ਵਾਹਿਗੁਰੂ ਦੇ ਅੱਗੇ ਅਰਦਾਸਾਂ ਕੀਤੀਆਂ ਹਨ। ਸੋ ਇਸੇ ਪ੍ਰਕਾਰ ਹੀ ਜਪ ਤਪ ਬ੍ਰਤ ਨੇਮ ਸਮੁਦਾਏ। ਪਹਿਲੇ ਜਨਮਾਂ ਵਿੱਚ ਵੀ ਬਹੁਤ ਜ਼ਿਆਦੇ ਜਪ ਕੀਤੇ, ਤਪ ਕੀਤੇ, ਨਿਯਮ ਕੀਤੇ, ਵਰਤ ਆਦਿਕ ਰੱਖਣਾ ਕੀਤੇ, ਸਾਧਨ ਕੀਤੇ। ਕਰਤ ਬਹੁਤ ਜਿਹੇ ਜਨਮ ਬਿਤਾਏ। ਕਰਦਿਆਂ ਹੋਇਆਂ ਜਿਨ੍ਹਾਂ ਨੇ ਬਾਬਾ ਕਾਲੂ ਜੀ ਨੇ ਬਹੁਤ ਸਾਰੇ ਜਨਮ ਜਿਹੜੇ ਸੀ ਬਤੀਤ ਕਰ ਦਿੱਤੇ। ਅਨਕ ਜਨਮ ਕੀ ਇੱਛਾ ਜਾਸੂ। ਜਿਨ੍ਹਾਂ ਦੇ ਮਨ ਵਿੱਚ ਬਹੁਤ ਸਾਰੇ ਜਨਮਾਂ ਦੀ ਇਹ ਇੱਛਾ ਹੈ। ਵਿਸ਼ਨ ਹੋਏ ਸੁਤ ਗਿਆਨ ਨਿਵਾਸੂ। ਕਿ ਗਿਆਨ ਦਾ ਘਰ, ਜੋ ਗਿਆਨ ਦਾ ਪ੍ਰਕਾਸ਼ ਸਰੂਪ ਆਪ ਨਿਰੰਕਾਰ ਹਨ, ਉਹ ਮੇਰੇ ਘਰ ਵਿੱਚ ਪੁੱਤਰ ਰੂਪ ਵਿੱਚ ਆ ਕਰਕੇ ਜਿਹੜਾ ਹੈ ਮੈਨੂੰ ਦਰਸ਼ਨ ਦੇਣ। ਪ੍ਰਤੱਖ ਨਿਰੰਕਾਰ ਦਾ ਸਾਨੂੰ ਦਰਸ਼ਨ ਹੋਵੇ। ਹਿਰਦੈ ਕਰਤ ਸੰਕਲਪ ਵਿਕਲਪਾ। ਕਿਉਂ ਹਿਰਦੇ ਵਿੱਚ ਕਈ ਜਨਮਾਂ ਤੋਂ ਐਸੇ ਸੰਕਲਪ ਤੇ ਵਿਕਲਪ ਜਿਹੜੇ ਸੀਗੇ ਉਹ ਬਾਬਾ ਕਾਲੂ ਜੀ ਕਰਦੇ ਰਹੇ। ਭਗਤ ਅਧੀਨ ਰਜੈ ਗੁਣ ਅਲਪਾ। ਇਉਂ ਅਰਦਾਸਾਂ ਕਰਦੇ ਕਿ ਮਹਾਰਾਜ ਆਪ ਪ੍ਰੇਮਾ ਭਗਤੀ ਦੇ ਅਧੀਨ ਹੋ,
ਥੋੜੇ ਵੀ ਗੁਣ ਹੋਣ ਨਾ ਸੇਵਕ ਦੇ ਵਿੱਚ, ਮਹਾਰਾਜ ਸਾਧਕ ਦੇ ਅੰਦਰ, ਤੇ ਆਪ ਰੀਝ ਜਾਂਦੇ ਹੋ। ਗੁਣਾਂ ਨੂੰ ਵੇਖ ਕਰਕੇ ਨਹੀਂ, ਮਹਾਰਾਜ ਪ੍ਰੇਮ ਵੇਖ ਕਰਕੇ ਆਪ ਰੀਝਦੇ ਹੋ। ਜੇ ਮੁਝ ਲਖੈ ਦੀਨ ਗੁਣ ਨਾਹੀ। ਜੇ ਮਹਾਰਾਜ ਤੁਸੀਂ ਮੈਨੂੰ ਲਖੋ ਜਾਣੋ ਕਿ ਮੈਂ ਤਾਂ ਗਰੀਬ ਹਾਂ, ਗੁਣ ਮੇਰੇ ਵਿੱਚ ਕੋਈ ਵੀ ਨਹੀਂ। ਇਹ ਅਰਦਾਸ ਹੈ ਬਾਬਾ ਕਾਲੂ ਜੀ ਖੋਰੇ ਕਿੰਨੇ ਜਨਮਾਂ ਦੀਆਂ ਇਹ ਅਰਦਾਸਾਂ ਮਹਾਰਾਜ ਦੇ ਨਿਰੰਕਾਰ ਦੇ ਚਰਨਾਂ ਵਿੱਚ ਕਰਦੇ ਹੈ। ਤੇ ਉਧਰ ਧਿਆਨ ਕਵਿਰਾਜ ਦਵਾ ਰਹੇ ਹੈ ਕਿ ਬਾਬਾ ਕਾਲੂ ਜੀ ਦੀ ਕਿੱਡੀ ਵੱਡੀ ਬੰਦਗੀ ਹੈ। ਬਹੁਤ ਸਾਰੇ ਜਨਮਾਂ ਵਿੱਚ ਇਹ ਅਰਦਾਸਾਂ ਕੀਤੀਆਂ। ਕੀ ਅਰਦਾਸਾਂ ਕੀਤੀਆਂ? ਉਹ ਅਰਦਾਸ ਦੀ ਬਾਬਤ ਦੱਸਦੇ ਹਨ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ, ਹੇ ਨਿਰੰਕਾਰ, ਜੇ ਮੈਂ ਦੀਨ ਹਾਂ, ਗਰੀਬ ਹਾਂ, ਗੁਣ ਤਾਂ ਮੇਰੇ ਵਿੱਚ ਕੋਈ ਵੀ ਨਹੀਂ ਹੈ ਚੰਗਾ, ਭਏ ਸੂਕਰੀ ਸਫਰੀ ਮਾਹੀ। ਤਾਂ ਵੀ ਆਪ ਦਾ ਬਿਰਧ ਹੈ। ਹੇ ਵਾਹਿਗੁਰੂ, ਆਪ ਨੇ ਤਾਂ ਸੂਕਰ ਅਵਤਾਰ, ਬਰਾ ਅਵਤਾਰ ਤੇ ਫਿਰ ਮੱਛ ਅਵਤਾਰ ਧਾਰਨ ਕੀਤਾ। ਕਮਠੀ ਆਦਿਕ ਬਿਮਤ ਕੁਜਾਤੀ। ਜਿਹੜੀਆਂ ਇਸ ਪ੍ਰਕਾਰ ਜਿਹੜੀ ਕਛੂ ਦੀ ਜਾਤੀ ਹੈ, ਜਿਵੇਂ ਖੋਟੀ ਜਾਤੀ ਮੰਨੀ ਜਾਂਦੀ ਹੈ, ਹੋਰ ਜਿਹੜੀਆਂ ਨੀਵੀਂ ਜਾਤੀ ਵਾਲੇ ਜਿਹੜੇ ਇਹ ਪਸ਼ੂ ਮੰਨੇ ਜਾਂਦੇ ਆ, ਮਹਾਰਾਜ ਤੁਸੀਂ ਤਾਂ ਕੱਛ ਅਵਤਾਰ ਵੀ ਧਾਰਨ ਕਰ ਲਿਆ। ਜਦੋਂ ਦੇਵਤਿਆਂ ਤੇ ਦੈਂਤਾਂ ਨੇ ਮੰਦਰਾਚਲ ਪਰਬਤ ਨੂੰ ਕੀਤਾ ਸੀ ਪੁੱਠਾ ਤੇ ਸ਼ੇਸ਼ ਨਾਗ ਦਾ ਪਾਇਆ ਸੀ ਨੇਤਰਾ, ਉਦੋਂ ਉਸ ਪਰਬਤ ਨੂੰ ਟਿਕਾਉਣ ਲਈ ਕੱਛ ਅਵਤਾਰ ਧਾਰਨ ਕੀਤਾ ਸੀ। ਮੱਛ ਕੱਛ ਹੋ ਬਰਾਹ, ਇਹ ਬਚਨ ਆਉਂਦੇ ਆ। ਇਉਂ ਮਹਾਰਾਜ ਉਹਨਾਂ ਜਾਤੀਆਂ ਵਿੱਚ ਵੀ ਆਪ ਨੇ ਜਿਹੜਾ ਹੈ ਅਵਤਾਰ ਧਾਰਨ ਕੀਤਾ ਏ। ਤਿਨ ਕੇ ਜਨਮ ਲੀਨ ਜਗ ਖਿਆਤੀ। ਪ੍ਰਗਟ ਹੀ ਜਗਤ ਦੇ ਅੰਦਰ ਤਿੰਨਾਂ ਜਾਤੀਆਂ ਵਿੱਚ ਆਪ ਨੇ ਆਉਣਾ ਕੀਤਾ। ਪ੍ਰੇਮ ਡੋਰ ਸੋ ਕਰਹਿ ਅਕਰਨੀ। ਤੇ ਪ੍ਰੇਮ ਦੀ ਡੋਰ ਵਿੱਚ ਬੱਝੇ ਹੋਏ ਵਾਹਿਗੁਰੂ ਆਪ ਉਹ ਕਾਰਜ ਕਰ ਦਿੰਦੇ ਹੋ ਜਿਹੜਾ ਨਹੀਂ ਕਰਨਾ ਚਾਹੀਦਾ। ਕੀਰਤ ਬਿਮਲ ਬੇਦ ਇਮ ਬਰਨੀ। ਇਉਂ ਆਪ ਦੀ ਉਜਲ ਕੀਰਤੀ ਜਿਹੜੀ ਹੈ ਵੇਦ ਨੇ ਵਰਣਨ ਕੀਤੀ ਹੈ, ਕਹਿਣਾ ਕੀਤੀ ਹੈ। ਅਦਿਤੀ ਕਸ਼ਪ ਕੇ ਜਿਮ ਧਾਮਾ। ਅਦਿਤੀ ਅਤੇ ਕਸ਼ਪ, ਇਹ ਕਸ਼ਪ ਰਿਖੀ ਹੈ, ਅਦਿਤੀ ਉਸਦੇ ਘਰ ਵਾਲੀ ਹੈ। ਜਿਵੇਂ ਉਹਨਾਂ ਦੇ ਇਹ ਨਾਮ ਹੈ ਰਿਖੀ ਦਾ, ਉਹਦੇ ਘਰ ਦੇ ਅੰਦਰ ਉਪਜਤ ਭਏ ਉਪੇਂਦਰ ਨਾਮਾ। ਪੈਦਾ ਹੋਏ ਸੀ ਜਿਵੇਂ 52 ਅਵਤਾਰ, ਜਿਨ੍ਹਾਂ ਨੇ 52 ਅਖਵਾਇਆ ਆਪਣੇ ਆਪ ਨੂੰ। 2.5 ਕਦਮਾਂ 'ਚ ਧਰਤੀ ਮਿਣ ਦਿੱਤੀ ਸੀ ਬਲਰਾਜੇ ਨੂੰ ਜਦੋਂ ਛਲਿਆ ਸੀਗਾ। ਅਸ ਆਸਾ ਧਰ ਅਸੁਰ ਬਿਨਾਸੀ। ਇਹੋ ਜੀ ਆਸਾ ਧਾਰਨ ਕੀਤੀ ਹੈ। ਹੇ ਮੇਰੇ ਵਾਹਿਗੁਰੂ, ਆਪ ਦੈਂਤਾਂ ਦਾ ਆਸਰੀ ਸੰਪਦਾ ਦਾ ਨਾਸ ਕਰਨ ਵਾਲੇ ਹੋ। ਭਇਓ ਨਿਰੰਤਰ ਰੂਪ ਉਪਾਸੀ। ਇੱਕ ਰਸ ਪਰਮੇਸ਼ਰ ਦੇ ਸਰੂਪ ਦੇ ਜਿਹੜੇ ਸਾਧਕ ਹੋਏ ਬਾਬਾ ਕਾਲੂ ਜੀ ਪਹਿਲਿਆਂ ਜਨਮਾਂ ਵਿੱਚ ਵਾਹਿਗੁਰੂ ਦੀ ਆਰਾਧਨਾ ਕੀਤੀ, ਨਿਰੰਕਾਰ ਦੇ ਨਾਮ ਦਾ ਜਿਹੜਾ ਹੈ ਉਹ ਜਾਪ ਕੀਤਾ, ਵਾਹਿਗੁਰੂ ਦੀ ਆਰਾਧਨਾ ਕਰਨਾ ਕੀਤੀ। ਕਾਲੂ ਨਾਮ ਜਨਮ ਜਬ ਧਾਰਾ। ਤੇ ਜਦੋਂ ਬਾਬਾ ਕਾਲੂ ਜੀ ਵਾਲਾ ਨਾਮ ਹੋਇਆ ਤੇ ਇਹ ਜਨਮ ਜਦੋਂ ਜਿਹੜਾ ਸੀ ਬਾਬਾ ਸ਼ਿਵ ਰਾਮ ਜੀ ਦੇ ਘਰ ਵਿੱਚ ਧਾਰਨ ਕੀਤਾ। ਪੂਰਨ ਆਸਾ ਕੀਨ ਮੁਰਾਰਾ। ਉਸ ਜਨਮ ਦੇ ਅੰਦਰ ਫਿਰ ਵਾਹਿਗੁਰੂ ਨੇ ਬਾਬਾ ਕਾਲੂ ਜੀ ਦੀ ਆਸਾ ਜਿਹੜੀ ਸੀ ਨਾ ਉਹ ਪੂਰੀ ਕੀਤੀ। ਜੋ ਸ਼੍ਰੀ ਨਾਨਕ ਚਮਤਕਾਰ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਲਿਖਿਆ ਹੈ, ਇੱਥੋਂ ਹੀ ਕਵਿਰਾਜ ਜੀ ਦੇ ਕੁਝ ਹਵਾਲਿਆਂ ਤੋਂ ਭਾਈ ਸਾਹਿਬ ਨੇ ਬਹੁਤ ਸੁੰਦਰ ਇਸ ਘਟਨਾ ਨੂੰ ਲਿਖਿਆ ਹੈ ਕਿ ਇੱਕ ਜਨਮ ਵਿੱਚ ਬਾਬਾ ਕਾਲੂ ਜੀ ਰਿਖੀ ਰੂਪ ਵਿੱਚ ਅਤੇ ਰਾਏ ਬੁਲਾਰ ਜੀ ਵੀ ਤਪਸਵੀ ਦੇ ਰੂਪ ਵਿੱਚ ਤਪ ਕਰਦੇ। ਤੇ ਇਉਂ ਤਪ ਕਰਦਿਆਂ ਕਰਦਿਆਂ ਜਿਹੜਾ ਸੀਗਾ ਦਰਸ਼ਨਾਂ ਦੀ ਇੱਛਾ ਲਈ ਕਿ ਨਿਰੰਕਾਰ ਦੇ ਪ੍ਰਤੱਖ ਦਰਸ਼ਨ ਹੋਣ। ਜਦੋਂ ਇਹਨਾਂ ਦੋਹਾਂ ਰਿਖੀ ਮਹਾਂਪੁਰਖਾਂ ਨੇ ਇੱਛਾ ਕੀਤੀ ਤੇ ਫਿਰ ਕਹਿੰਦੇ ਹੈ ਕਿ ਆਕਾਸ਼ਵਾਣੀ ਹੋਈ, ਕਿਹਾ ਹੇ ਮਹਾਤਮਾ ਤੁਸੀਂ ਪ੍ਰਤੱਖ ਦਰਸ਼ਨ ਨਾ ਮੰਗੋ, ਪ੍ਰੇਮਾ ਭਗਤੀ ਮੰਗ ਲਓ। ਤੇ ਜਿਨ੍ਹਾਂ ਦਾ ਜਨਮ ਫਿਰ ਰਾਏ ਬੁਲਾਰ ਜੀ ਦੇ ਰੂਪ ਵਿੱਚ ਹੋਇਆ, ਉਹਨਾਂ ਉਸ ਤਪਸਵੀ ਨੇ ਤਾਂ ਆਖਿਆ ਕਿ ਮਹਾਰਾਜ ਆਪ ਜਿਵੇਂ ਆਗਿਆ ਕਰੋ, ਮੈਨੂੰ ਪ੍ਰੇਮਾ ਭਗਤੀ ਦਾ ਹੀ ਪ੍ਰਸਾਦ ਦਿਓ। ਤੇ ਬਾਬਾ ਕਾਲੂ ਜੀ ਜੋ ਤਪਸਵੀ ਰੂਪ ਵਿੱਚ ਤਪ ਕਰਦੇ ਸੀਗੇ, ਇਹਨਾਂ ਨੇ ਆਖਿਆ ਨਾ ਮਹਾਰਾਜ ਮੈਨੂੰ ਤਾਂ ਪ੍ਰਤੱਖ ਦਰਸ਼ਨ ਹੀ ਬਖਸ਼ੋ। ਫਿਰ ਆਖਿਆ ਅੱਛਾ ਤਪਸਵੀ, ਦਰਸ਼ਨ ਤਾਂ ਸਾਡੇ ਰੋਜ਼ ਕਰੇਗਾ ਪਰ ਪਹਿਚਾਨ ਨਹੀਂ ਸਕੇਗਾ। ਇਉਂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ। ਇਹ ਬਚਨ ਭਾਈ ਵੀਰ ਸਿੰਘ ਸਾਹਿਬ ਜੀ ਨੇ ਲਿਖੇ ਹੋਏ ਹੈ।
ਕਿਉਂਕਿ ਵਾਹਿਗੁਰੂ ਜੀ ਨੂੰ ਪਹਿਚਾਨਣ ਵਾਸਤੇ ਪ੍ਰੇਮਾ ਭਗਤੀ ਦੀ ਲੋੜ ਹੈ। ਭਾਵੇਂ ਕਿ ਸ੍ਰੀ ਗੁਰੂ ਜੀ ਨੇ ਫਿਰ ਆਪਣਾ ਸਰੂਪ ਜਿਹੜਾ ਸੀ, ਜਦੋਂ ਮਹਾਰਾਜ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਸੱਚਖੰਡ ਜਾਣ ਦਾ ਸਮਾਂ ਆਇਆ ਸੀ, ਉਦੋਂ ਹਜੂਰ ਨੇ ਆਪਣਾ ਪ੍ਰਤੱਖ ਦਰਸ਼ਨ ਜਿਹੜਾ ਸੀ ਉਹ ਇਹਨਾਂ ਦੀ ਇੱਛਾ ਪੂਰੀ ਕਰ ਦਿੱਤੀ ਸੀਗੀ। ਕਿਉਂਕਿ ਇਹਨਾਂ ਦੀ ਭਾਵਨਾ ਹੈ ਅਸੀਂ ਦਰਸ਼ਨ ਕਰੀਏ। ਤੇ ਉਸ ਸਮੇਂ ਨਿਰੰਕਾਰ ਨੇ ਆਵਾਜ਼ ਦੇ ਵਿੱਚ ਇਹ ਬਚਨ ਕਹੇ ਕਿ ਦਰਸ਼ਨ ਤਾਂ ਰੋਜ਼ ਕਰੋਗੇ ਪਰ ਸਾਨੂੰ ਪਹਿਚਾਣ ਨਹੀਂ ਪਾਓਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਇਤਿਹਾਸ ਹੈ। ਹਜੂਰ ਦੇ ਪਿਤਾ ਜੀ ਨੇ ਸੱਚਾ ਸੌਦਾ ਜਦੋਂ ਮਹਾਰਾਜ ਕਰਕੇ ਆਏ ਸੀ ਤਾਂ ਉਦੋਂ ਮਹਾਰਾਜ ਸਾਹਿਬ ਜੀ ਨੂੰ ਕਿਵੇਂ ਤਾੜਿਆ ਸੀਗਾ। ਗੁਰੂ ਸਾਹਿਬ ਨੂੰ ਉਹਨਾਂ ਨੇ ਕੇਵਲ ਆਪਣਾ ਪੁੱਤਰ ਜਾਣ ਕਰਕੇ ਵੀ ਜਿਹੜਾ ਵਿਵਹਾਰ ਕੀਤੇ, ਪਰ ਹਜੂਰ ਨੇ ਜਦੋਂ ਸੱਚਖੰਡ ਜਾਣ ਦਾ ਸਮਾਂ ਆਇਆ ਸੀ ਉਦੋਂ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਮਾਰੂ ਰਾਗ ਵਿੱਚ ਸ਼ਬਦ ਬਖਸ਼ ਕਰਕੇ ਪਿਤਾ ਜੀ ਦੇ ਪ੍ਰਥਾਏ ਹਜੂਰ ਨੇ ਫਿਰ ਪ੍ਰਤੱਖ ਆਪ ਦਾ ਦਰਸ਼ਨ ਵਿਖਾਲਿਆ ਸੀ। ਨਿਹਾਲ ਹੋਏ ਫਿਰ ਸੱਚਖੰਡ ਗਏ। ਇੱਥੇ ਕਬੀਰਾਜ ਜੀ ਨੇ ਵੀ ਜੋ ਪਿਛਲੇ ਜਨਮਾਂ ਵਿੱਚ ਕੀਤੀ ਹੋਈ ਬੰਦਗੀ ਹੈ ਬਾਬਾ ਕਾਲੂ ਜੀ ਦੀ, ਉਧਰ ਵੱਲ ਨੂੰ ਇਸ਼ਾਰਾ ਕੀਤਾ ਹੈ। ਪੂਰਨ ਆਸਾ ਕੀਨ ਮੁਰਾਰਾ। ਵਾਹਿਗੁਰੂ ਨੇ ਫਿਰ ਇਹ ਜਨਮ ਜਿਹੜਾ ਬਾਬਾ ਕਾਲੂ ਜੀ ਵਾਲਾ ਧਾਰਨ ਕੀਤਾ ਹੈ ਨਾ, ਇਹਦੇ ਵਿੱਚ ਵਾਹਿਗੁਰੂ ਜੀ ਨੇ ਇੱਛਾ ਜਿਹੜੀ ਆ ਪੂਰੀ ਕੀਤੀ ਹੈ। ਸੁਤ ਕਾਲੂ ਪਿਖ ਪਿਤ ਸ਼ਿਵਰਾਮੂ। ਤੇ ਇਸ ਪ੍ਰਕਾਰ ਜਿਹੜਾ ਪਿੱਛੇ ਜ਼ਿਕਰ ਆਇਆ ਰਾਏ ਬੁਲਾਰ ਜੀ ਦਾ, ਜਦੋਂ ਰਾਏ ਬੁਲਾਰ ਜੀ ਨੇ ਮਹਾਰਾਜ ਜੀ ਦਾ ਦਰਸ਼ਨ ਕੀਤਾ ਸੀ ਨਾ, ਉਸ ਸਮੇਂ ਵੇਖੋ ਸੱਪ ਨੇ ਜਿਹੜੀ ਛਾਂ ਕੀਤੀ ਵੇਖ ਕਰਕੇ ਦੂਸਰੀ ਵਾਰ ਫਿਰ ਜਦੋਂ ਬਰਾਜੇ ਹੋਏ ਸੀਗੇ ਤੇ ਰਾਏ ਬੁਲਾਰ ਜੀ ਤਲਵੰਡੀ ਅੰਦਰ ਪ੍ਰਵੇਸ਼ ਕਰ ਰਹੇ ਸਨ ਤੇ ਸੂਰਜ ਦੇ ਫਿਰਨ ਨਾਲ ਸਾਰੇ ਰੁੱਖਾਂ ਦੀਆਂ ਛਾਵਾਂ ਬਦਲ ਗਈਆਂ ਸੀ, ਪਰ ਜਿਸ ਰੁੱਖ ਥੱਲੇ ਹਜੂਰ ਬਰਾਜੇ ਹੋਏ ਸੀ ਉਸ ਰੁੱਖ ਦੀ ਛਾਂ ਨਹੀਂ ਸੀ ਫਿਰੀ, ਉੱਥੇ ਹੀ ਟਿਕੀ ਹੋਈ ਸੀ। ਉਦੋਂ ਰਾਏ ਬੁਲਾਰ ਨੇ ਆਪ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਸੀ ਤੇ ਹਜੂਰ ਦੇ ਚਰਨਾਂ ਤੇ ਸੀਸ ਲਾਉਂਦਿਆਂ ਹੀ ਰਾਏ ਬੁਲਾਰ ਨੇ ਪਹਿਚਾਣ ਲਿਆ ਸੀ ਕਿ ਖੁਦ ਅੱਲਾ ਹਨ, ਆਪ ਨਿਰੰਕਾਰ ਹਨ। ਇਹ ਸ੍ਰੀ ਗੁਰੂ ਜੀ ਨੇ ਪ੍ਰੇਮਾ ਭਗਤੀ ਸੀਗੀ ਨਾ ਉਹਨਾਂ ਕੋਲ, ਇਸ ਕਰਕੇ ਮਹਾਰਾਜ ਨੇ ਆਪਣਾ ਪ੍ਰਤੱਖ ਦਰਸ਼ਨ ਰਾਏ ਬੁਲਾਰ ਜੀ ਨੂੰ ਦਿਖਾਲ ਦਿੱਤਾ ਸੀਗਾ। ਇਉਂ ਜਿਹੜਾ ਬਾਬਾ ਕਾਲੂ ਜੀ ਦੀ ਵੱਡੀ ਇੱਛਾ ਇਸ ਜਨਮ ਵਿੱਚ ਪੂਰੀ ਹੋਈ। ਜਦੋਂ ਸ਼ਿਵ ਰਾਮ ਜੀ ਦੇ ਘਰ ਵਿੱਚ ਜਨਮ ਹੋਇਆ, ਬਾਬਾ ਕਾਲੂ ਆਪ ਜੀ ਦਾ ਨਾਮ ਹੋਇਆ। ਇਸ ਪ੍ਰਕਾਰ ਇਸ ਜਨਮ ਵਿੱਚ ਨਿਰੰਕਾਰ ਨੇ ਆਪ ਦੀ ਇਹ ਇੱਛਾ ਪੂਰੀ ਕੀਤੀ। ਸੁਤ ਕਾਲੂ ਪਿਖ ਪਿਤ ਸ਼ਿਵਰਾਮੂ। ਜਿਹੜੇ ਇਸ ਪ੍ਰਕਾਰ ਪਿਤਾ ਸ਼ਿਵ ਰਾਮ ਜੀ ਆਪਣੇ ਪੁੱਤਰ ਬਾਬਾ ਕਾਲੂ ਜੀ ਨੂੰ ਵੇਖ ਕਰਕੇ ਪਾਨ ਗ੍ਰਹਿਣ ਕੇ ਕੀਰਤ ਧਾਮੂ। ਜੋ ਇਸ ਪ੍ਰਕਾਰ ਕੀਰਤੀ ਦਾ ਘਰ ਮਾਤਾ ਤ੍ਰਿਪਤਾ ਜੀ ਦੇ ਨਾਲ ਜਿਹੜਾ ਪਾਨ ਗ੍ਰਹਿਣ ਭਾਵ ਵਿਵਾਹ ਕਾਰਜ ਜਿਹੜਾ ਸੀ ਨਾ, ਆਨੰਦ ਕਾਰਜ ਉਹ ਕਰਨਾ ਕੀਤਾ। ਬਹੁਤ ਕੀਰਤੀ ਦੇ ਸਹਿਤ, ਬਹੁਤ ਪ੍ਰਤਾਪ ਤੇ ਜਸ ਦੇ ਸਹਿਤ। ਤੇ ਪਤ ਵਰਤਾ ਗੁਣ ਨਿਧ ਸੋ। ਜੋ ਪਤੀ ਵਰਤਾ ਧਰਮ ਦੇ ਅੰਦਰ ਪ੍ਰਪੱਕ ਹਨ ਮਾਤਾ ਤ੍ਰਿਪਤਾ ਜੀ, ਤੇ ਗੁਣਾਂ ਦੇ ਖਜ਼ਾਨੇ ਹਨ। ਤੇ ਸੁਸ਼ੀਲਤਾ ਕਹਿ ਸਕ ਕੋ। ਤੇ ਐਸਾ ਸੁਸ਼ੀਲ ਨਿਰਮਾਣਤਾ ਵਾਲਾ ਸੁਭਾਅ ਹੈ, ਕੌਣ ਕਹਿ ਸਕਦਾ ਹੈ ਉਹਨਾਂ ਦੇ ਸ਼ੀਲ ਸੁਭਾਅ ਨੂੰ। ਇੰਨਾ ਨਿਮਰੀ ਭੂਤ ਸੁਭਾਅ ਹੈ ਮਾਤਾ ਜੀ ਦਾ। ਸਾਧ ਵੀ ਪਾਏ ਕਾਲ ਬਹੁ ਕਾਲੂ। ਇਸ ਪ੍ਰਕਾਰ ਬਾਬਾ ਕਾਲੂ ਜੀ ਦੇ ਘਰੋਂ ਭਾਵ ਮਾਤਾ ਤ੍ਰਿਪਤਾ ਜੀ ਬਹੁਤ ਇਉਂ ਸਮਾਂ ਪਾ ਕਰਕੇ ਕੀਏ ਵਰਤ ਤਪ ਕਠਨ ਵਿਸਾਲੂ। ਬਹੁਤ ਜ਼ਿਆਦੇ ਉਸ ਜਨਮ ਦੇ ਅੰਦਰ ਵੀ ਜਿਹੜੇ ਸੀ ਸਾਧਨ ਕੀਤੇ, ਤਪ ਸਾਧਨਾ ਕੀਤੀ, ਵਰਤ ਆਦਿਕ ਜਿਹੜੇ ਸੀ ਉਹ ਸਾਧਨ ਕਰਨਾ ਕੀਤੇ। ਚਿਰੰਕਾਲ ਇਵ ਦੰਪਤ ਬੀਤਾ। ਚਿਰਕਾਲ ਸਮਾਇਓ ਪਤੀ ਸਤੀ ਨੂੰ ਦੋਹਾਂ ਨੂੰ ਬਤੀਤ ਹੋਇਆ। ਹਰ ਪਦ ਪੰਕਜ ਜਿਨ ਮਨ ਪ੍ਰੀਤਾ। ਜਿਨ੍ਹਾਂ ਦੇ ਮਨ ਦੀ ਪ੍ਰੀਤ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਲੱਗੀ ਹੋਈ ਹੈ। ਤਲਵੰਡੀ ਮਹਿ ਰਾਏ ਬੁਲਾਰੂ। ਤਲਵੰਡੀ ਦੇ ਅੰਦਰ ਜੋ ਰਾਏ ਬੁਲਾਰ ਜੀ ਹਨ, ਉਥੋਂ ਦੇ ਜੋ ਹੁਕਮਰਾਨ ਹਨ, ਜੋ ਉਥੋਂ ਦੇ ਰਾਜੇ ਹਨ। ਸੋਦਰ ਸਮ ਕਾਲੂ ਸੰਗ ਪਿਆਰੂ। ਭਰਾਵਾਂ ਦੀ ਤਰ੍ਹਾਂ ਬਾਬਾ ਕਾਲੂ ਜੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ ਰਾਏ ਬੁਲਾਰ ਜੀ। ਜਿਤੇ ਗ੍ਰਾਮ ਕੋ ਸੋ ਅਧਿਕਾਰੀ। ਜਿੰਨਿਆਂ ਨਗਰਾਂ ਦੇ ਉਹ ਅਧਿਕਾਰੀ ਹਨ, ਜਿੰਨੇ ਨਗਰ ਉਹਨਾਂ ਦੀ ਰਿਆਸਤ ਵਿੱਚ ਆਉਂਦੇ ਆ। ਸਭ ਕੀ ਦਈ ਕਾਰ ਪਟਵਾਰੀ। ਸਾਰੀ ਜਿਹੜੀ ਪਟਵਾਰ ਦਾ ਕੰਮ ਹੈ ਨਾ, ਇਹ ਨੌਕਰੀ, ਇਹ ਪਟਵਾਰ ਦਾ ਕੰਮ ਸਾਰਾ ਹੀ
ਰਾਏ ਬੁਲਾਰ ਜੀ ਨੇ ਬਾਬਾ ਕਾਲੂ ਜੀ ਨੂੰ ਸੌਂਪਿਆ ਏ। ਅਸ ਬਿਦ ਬਿਲਸਤ ਅਨਕ ਬਿਲਾਸਾ। ਇਸ ਪ੍ਰਕਾਰ ਬਹੁਤ ਸਾਰੇ ਜਿਹੜੇ ਹਨ ਕੌਤਕ, ਬੜੇ ਆਨੰਦ, ਬੜੇ ਸੁਖ ਦੇ ਸਹਿਤ, ਆਨੰਦ ਦੇ ਸਹਿਤ ਆਪਣਾ ਜੀਵਨ ਉੱਥੇ ਬਤੀਤ ਕਰਦੇ ਆ ਬਾਬਾ ਕਾਲੂ ਜੀ। ਦੰਪਤ ਔਰ ਧਰਹੀ ਸੁਤ ਆਸਾ। ਤੇ ਪਤੀ ਸਤੀ ਦੋਹਾਂ ਨੇ ਪੁੱਤਰ ਦੀ ਆਸਾ ਆਪਣੇ ਮਨ ਦੇ ਅੰਦਰ ਧਾਰੀ ਹੈ। ਸਾਧਵੀ ਗਰਭ ਧਰਨ ਪੁਨ ਕੀਨਾ। ਤਦੋਂ ਫਿਰ ਮਾਤਾ ਤ੍ਰਿਪਤਾ ਜੀ ਨੇ ਜਿਹੜਾ ਹੈ ਗਰਭ ਧਾਰਨ ਕੀਤਾ ਏ। ਜਨਮੀ ਤਨਿਆ ਸੁਮਤ ਪ੍ਰਬੀਨਾ। ਬੜੀ ਹੀ ਸ੍ਰੇਸ਼ਟ ਮਤ ਵਾਲੀ, ਬੜੀ ਹੀ ਸਿਆਣੀ ਪੁੱਤਰੀ ਦਾ ਤੇ ਸਮੇਂ ਜਿਹੜਾ ਹੈ ਨਾ ਉਹ ਜਨਮ ਹੋਇਆ ਏ। ਹਿਮ ਗਿਰ ਮੈਨਾ ਕੇ ਘਰ ਮਾਹੀ। ਜਿਵੇਂ ਕਵੀ ਰਾਜ ਇੱਥੇ ਹੁਣ ਪੁਰਾਣਕ ਜਿਹੜੇ ਹਨ ਪੁਰਾਣਕ ਹਵਾਲੇ ਦਿੰਦੇ ਆ, ਕਹਿੰਦੇ ਹਿਮਾਲਿਆ ਪਰਬਤ ਦੇ ਤੇ ਮੈਨਾ ਦੇ ਘਰ ਦੇ ਅੰਦਰ ਜਿਸ ਤਰ੍ਹਾਂ ਪਾਰਬਤੀ ਜਨਮੀ ਜਿਵ ਆਹੀ। ਜਿਵੇਂ ਪਾਰਬਤੀ ਨੇ ਆਉਣਾ ਕੀਤਾ ਸੀ ਜਨਮ ਲੈ ਕਰਕੇ, ਇਹ ਕੇਵਲ ਇੱਕ ਪ੍ਰਮਾਣ ਦੇ ਤੌਰ ਤੇ ਵਡਿਆਈ ਤੇ ਉਸਤਤ ਦੇ ਤੌਰ ਤੇ ਕਵੀ ਰਾਜ ਕਹਿੰਦੇ ਹਨ। ਜਿਵੇਂ ਹਿਮਾਲਿਆ ਪਰਬਤ ਦੀ ਇਸਤਰੀ ਜਿਹੜੀ ਹੈ ਮੈਨਾ ਨੂੰ ਮੰਨਿਆ ਜਾਂਦਾ ਹੈ, ਤੇ ਉਸ ਦੇ ਘਰ ਵਿੱਚ ਕਹਿੰਦੇ ਆ ਜਿਵੇਂ ਪਾਰਬਤੀ ਦਾ ਜਨਮ ਹੋਇਆ ਸੀਗਾ। ਭਈ ਸੁਸ਼ੀਲਾ ਸਭ ਗੁਣ ਖਾਨੀ। ਸਾਰਿਆਂ ਗੁਣਾਂ ਦੀ ਖਾਨ ਹਨ, ਸੁਸ਼ੀਲ ਸੁਭਾਅ ਹੈ। ਹਜੂਰ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਦਾ ਇਹ ਜ਼ਿਕਰ ਹੈ। ਮਨਹੁ ਭਗਤ ਧਰ ਦੇਹ ਸੁਹਾਨੀ। ਹੁਣ ਨਿਰੰਕਾਰ ਨੇ ਆਪ ਅਵਤਾਰ ਧਾਰਨਾ ਨਾ, ਤੇ ਪਹਿਲਾਂ ਭਗਤੀ ਨੇ ਆਉਣਾ ਕੀਤਾ ਹੈ ਸੰਸਾਰ ਦੇ ਅੰਦਰ। ਕਵੀ ਰਾਜ ਕਹਿੰਦੇ ਜਾਣੋ ਬੇਬੇ ਨਾਨਕੀ ਜੀ ਭਗਤੀ ਦਾ ਅਵਤਾਰ ਆਏ ਸੰਸਾਰ ਦੇ ਅੰਦਰ। ਇਹ ਪ੍ਰੇਮਾ ਭਗਤੀ ਨੇ ਆਪਣੀ ਦੇਹ ਜਿਹੜੀ ਆ ਧਾਰਨ ਕਰ ਲਈ ਹੈ ਬੇਬੇ ਨਾਨਕੀ ਜੀ ਦੇ ਰੂਪ ਦੇ ਅੰਦਰ। ਕਾਲ ਬਤੀਤ ਭਇਓ ਪਛਚਾਤਾ। ਜਦੋਂ ਪਿੱਛੋਂ ਬਹੁਤ ਇਉਂ ਕਾਲ ਫਿਰ ਸਮਾਂ ਬਤੀਤ ਹੋਇਆ ਏ। ਕਾਲੂ ਰਤ ਲਖ ਕਰ ਜਗਦਾਤਾ। ਜਗਤ ਦੇ ਦਾਤਾ ਵਾਹਿਗੁਰੂ ਜੀ ਬਾਬਾ ਕਾਲੂ ਜੀ ਦੀ ਰਤ ਪ੍ਰੀਤੀ ਜਿਹੜੀ ਸੀ ਵੇਖ ਕਰਕੇ ਕਿ ਸਾਡੇ ਦਰਸ਼ਨ ਚਾਹੁੰਦੇ ਆ। ਹੋਵਾਂ ਪੁੱਤਰ ਤਾਸ ਮੈਂ ਜਾਈ। ਤੇ ਹੁਣ ਇਹਨਾਂ ਦੇ ਘਰ ਵਿੱਚ ਅਸੀਂ ਪੁੱਤਰ ਰੂਪ ਵਿੱਚ ਆ ਕਰਕੇ ਜਿਹੜਾ ਹੈ ਦਰਸ਼ਨ ਬਖਸ਼ੀਏ, ਜਾਣਾ ਕਰੀਏ ਘਰ ਦੇ ਅੰਦਰ ਇਹਨਾਂ ਦੇ। ਅਸ ਵਿਚਾਰ ਆਏ ਜਗਰਾਈ। ਇਸ ਤਰ੍ਹਾਂ ਵਿਚਾਰ ਕਰਕੇ ਜਗਤ ਦੇ ਰਾਈ ਰਾਜਾ ਸਰੂਪ ਆਪ ਨਿਰੰਕਾਰ ਜਿਹੜੇ ਸੀ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਫਿਰ ਆਉਣ ਲਈ ਤਿਆਰ ਹੋਏ। ਦੁਤਿਆ ਗਰਭ ਕੋ ਧਾਰਨ ਕੀਨਾ। ਦੂਸਰੀ ਵਾਰੀ ਫਿਰ ਮਾਤਾ ਜੀ ਪੁੱਤਰ ਦੀ ਇੱਛਾ ਵਾਲੇ ਹੋਏ ਐ। ਪਤ ਬ੍ਰਤ ਧਰਮ ਜਾਸ ਮਨ ਲੀਨਾ। ਜਿਨ੍ਹਾਂ ਦਾ ਮਨ ਪਤੀ ਵਰਤਾ ਧਰਮ ਦੇ ਅੰਦਰ ਇੱਕ ਲੀਨਤਾ ਹੈ, ਬਤੇ ਦ੍ਰਿੜ ਹਨ ਆਪਣੇ ਪਤੀ ਵਰਤਾ ਧਰਮ ਦੇ ਅੰਦਰ। ਜਿਉ ਦੁਤੀਆ ਕੋ ਬ੍ਰਿਤਤ ਚੰਦੂ। ਜਿਵੇਂ ਦੂਜ ਦਾ ਚੰਦਰਮਾ ਜਿਹੜਾ ਹੈ ਬੜਾ ਪ੍ਰਤਾਪੀ ਤੇ ਵੱਧਦਾ ਹੈ ਦੂਜੀ ਥਿਤ ਦਾ, ਦੇਹ ਸਮ ਗਰਭ ਰੂਪ ਸੁਖ ਕੰਦੂ। ਇਸ ਤਰ੍ਹਾਂ ਸੁੱਖਾਂ ਦੇ ਜਿਹੜੇ ਫਲ ਦੇਣ ਵਾਲੇ, ਆਤਮਕ ਆਨੰਦ ਦੇ ਸੁੱਖ ਦਾ ਫਲ ਦੇਣ ਵਾਲੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਆਗਮਨ ਜਦੋਂ ਹੋਇਆ ਨਾ, ਇਉਂ ਮਾਤਾ ਜੀ ਦੀ ਸੋਭਾ ਜਿਹੜੀ ਹੈ ਹੋਈ ਹੈ, ਬੜਾ ਚਿਹਰੇ ਤੇ ਪ੍ਰਤਾਪ ਹੈ ਜਦੋਂ ਸੱਚੇ ਪਾਤਸ਼ਾਹ ਜੀ ਦਾ ਉਦਰ ਦੇ ਅੰਦਰ ਨਿਵਾਸ ਹੋਇਆ ਏ। ਜਦ ਭੂਖਨ ਸਕਲ ਉਤਾਰੇ। ਕਵੀ ਰਾਜ ਇੱਥੇ ਹਵਾਲਾ ਦਿੰਦੇ ਐ ਕਿ ਜਦੋਂ ਭਾਵੇਂ ਮਾਤਾ ਜੀ ਸਾਰੇ ਹੀ ਭੂਖਣ ਗਹਿਣੇ ਜਿਹੜੇ ਆ ਭਾਵੇਂ ਉਤਾਰ ਦਿੰਦੇ ਆ, ਤਦਪ ਸੁੰਦਰਤਾ ਅਦਕ ਉਜਾਰੇ। ਤਾਂ ਵੀ ਸੁੰਦਰਤਾ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਜਿਹੜੀ ਹੈ ਚਿਹਰੇ ਤੇ ਪ੍ਰਤਾਪ ਝੱਲਿਆ ਨਹੀਂ ਜਾਂਦਾ। ਐਸਾ ਨੂਰ ਹੈ ਅਲੌਕਿਕ ਮਾਤਾ ਜੀ ਦੇ ਚਿਹਰੇ ਦੇ ਉੱਪਰ। ਕਾਲੂ ਤੇ ਬੈਸੇ ਜਿਸ ਅੰਦਰ। ਬਾਬਾ ਕਾਲੂ ਜੀ ਦੀ ਇਸਤਰੀ ਭਾਵ ਮਾਤਾ ਤ੍ਰਿਪਤਾ ਜੀ ਜਿਸ ਅੰਦਰ, ਜਿਸ ਮਹਿਲ ਦੇ ਅੰਦਰ, ਜਿਸ ਕਮਰੇ ਦੇ ਅੰਦਰ ਬੈਠਦੇ ਆ, ਅਤ ਸੋਭਾ ਸੋ ਲੱਗੈ ਸੋ ਸੁੰਦਰ। ਉਹ ਅਤੀ ਕਰਕੇ ਸੋਭਾ ਦੇ ਸਹਿਤ ਬੜਾ ਹੀ ਸੁੰਦਰ ਲੱਗਦਾ ਹੈ ਉਹ ਮਹਿਲ, ਬੜਾ ਹੀ ਉਹ ਘਰ ਫੱਬਣ ਲੱਗ ਜਾਂਦਾ ਹੈ, ਉਹ ਕਮਰਾ ਬੜਾ ਹੀ ਸੋਭਾ ਪਾਉਣ ਲੱਗ ਜਾਂਦਾ ਜਿੱਥੇ ਮਾਤਾ ਤ੍ਰਿਪਤਾ ਜੀ ਬੈਠਦੇ ਆ। ਸੁਨ ਸੰਦੇਹ ਕਰੈ ਜਿਨ ਕੋ। ਤੇ ਕਵੀ ਰਾਜ ਕਹਿੰਦੇ ਸੁਣ ਕਰਕੇ ਭਾਈ ਇਸ ਗੱਲ ਦੇ ਉੱਤੇ ਕੋਈ ਸੰਦੇਹ ਨਾ ਕਰਿਓ, ਕੋਈ ਸ਼ੰਕਾ ਨਾ ਕਰਨਾ ਕਰੋ ਕਿ ਮਾਤਾ ਜੀ ਜਿਹੜਾ ਹੈ ਜਿੱਥੇ ਬੈਠਦੇ ਆ ਉਹ ਸਾਰੀਆਂ ਚੀਜ਼ਾਂ ਸੋਹਣੀਆਂ ਕਿਉਂ ਲੱਗਣ ਲੱਗ ਜਾਂਦੀਆਂ, ਉਹ ਕੰਧਾਂ ਉਹ ਮਹਿਲ ਫੱਬਣ ਕਿਉਂ ਲੱਗ ਜਾਂਦੇ ਆ। ਕਹਿੰਦੇ ਇਸ ਗੱਲ ਦੇ ਉੱਤੇ ਭਾਈ ਕੋਈ ਸ਼ੰਕਾ ਨਾ ਕਰਨਾ ਕਰੋ। ਕੋਟ ਬ੍ਰਹਮੰਡ ਸ਼ੋਭਦਾ ਜੋ। ਕਹਿੰਦੇ ਉਹ ਨਿਰੰਕਾਰ ਆਪ ਖੁਦ ਅਵਤਾਰ ਧਾਰਨ ਲੱਗੇ ਹੈ ਜਿਨ੍ਹਾਂ ਦੀ ਸ਼ਕਤੀ ਕਰਕੇ ਕਰੋੜਾਂ ਬ੍ਰਹਮੰਡ ਸੋਭ ਰਹੇ ਹੈ।
ਜਿਨ੍ਹਾਂ ਦੀ ਸੱਤਾ ਕਰਕੇ ਸਾਰੀ ਕਾਇਨਾਤ ਹਰਕਤ ਕਰਦੀ ਹੈ, ਉਸ ਵਾਹਿਗੁਰੂ ਦਾ ਆਗਮਨ ਹੋ ਰਿਹਾ ਏ। ਤਿਹ ਨਿਵਾਸ ਕੀਨੋ ਜਿਹ ਥਾਈ, ਤੇ ਜਿਸ ਥਾਂ ਦੇ ਉੱਤੇ ਨਿਰੰਕਾਰ ਨੇ ਆਪਣੇ ਸਰਗੁਣ ਰੂਪ ਵਿੱਚ ਨਿਵਾਸ ਕੀਤਾ ਹੋਵੇ, ਕਿਉ ਨਾ ਹੋਏ ਤਿਹ ਸ਼ੋਭ ਸਵਾਈ। ਤੇ ਕਿਉਂ ਨਹੀਂ ਫਿਰ ਉਹਦੀ ਸੋਭਾ ਏਡੀ ਸੋਹਣੀ ਹੋਵੇ, ਕਿਉਂਕਿ ਸੁੰਦਰਤਾ ਨੂੰ ਜਨਮ ਦੇਣ ਵਾਲੇ ਵਾਹਿਗੁਰੂ ਆਪ ਆ ਰਹੇ ਹੈ। ਸਾਰੀ ਕਾਇਨਾਤ ਦੇ ਮਾਲਕ ਖੁਦ ਆਪ ਆ ਰਹੇ ਆ ਰੂਪ ਧਾਰ ਕਰਕੇ। ਫਿਰ ਕਵੀਰਾਜ ਕਹਿੰਦੇ ਕਿਉਂ ਨਾ ਵੱਡੀ ਸੋਭਾ ਹੋਵੇ ਭਈ ਉਸ ਮਹਿਲ ਦੀ, ਜਿੱਥੇ ਮਾਤਾ ਸਾਹਿਬ ਜੀ ਜਾ ਕਰਕੇ ਬੈਠਦੇ ਆ, ਬੜੀ ਭਾਰੀ ਸੋਭਾ ਹੁੰਦੀ ਉਸ ਥਾਂ ਦੀ। ਜਾ ਦਿਨ ਤੇ ਆਏ ਜਗ ਸੁਆਮੀ, ਜਾ ਦਿਨ ਜਦੋਂ ਤੋਂ ਜਗਤ ਦੇ ਸੁਆਮੀ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਾਤਾ ਜੀ ਉਧਰ ਵਿੱਚ ਆਗਮਨ ਹੋਇਆ ਏ। ਭਏ ਸਰਲਪੁਰ ਮਹਿਜੇ ਬਾਮੀ, ਜਿਹੜੇ ਟੇਢੇ ਮਨ ਵਾਲੇ ਲੋਕ ਸੀ ਨਾ, ਕੱਬੇ ਬੋਲਣ ਵਾਲੇ, ਉਹ ਸਾਰੇ ਸਰਲ ਮਨ ਵਾਲੇ ਹੋ ਗਏ, ਸਿੱਧੇ ਮਨ ਹੋ ਗਏ ਉਹਨਾਂ ਦੇ ਵੀ। ਕੋਈ ਕਿਸੇ ਨੂੰ ਪੁੱਠਾ ਨਹੀਂ ਬੋਲਦਾ, ਕੋਈ ਫਿੱਕਾ ਨਹੀਂ ਬੋਲਦਾ, ਕੋਈ ਕੌੜਾ ਨਹੀਂ ਬੋਲਦਾ। ਸਾਰੇ ਟੇਢੇ ਮਨਾਂ ਵਾਲੇ ਵੀ ਸਿੱਧੇ ਹੋ ਗਏ, ਸਰਲ ਹੋ ਗਏ ਉਹਨਾਂ ਦੇ ਸੁਭਾਅ। ਸੋਚ ਸੰਤੋਖ ਧਰਮ ਸਤ ਕਰੁਣਾ, ਇਹੋ ਜੀ ਜੀਆਂ ਤੇ ਪਹਿਲਾਂ ਹੀ ਕਿਰਪਾ ਵਰਤਣ ਲੱਗ ਪਈ, ਸੁਚਮਤਾ ਰੱਖਣ ਲੱਗ ਪਏ। ਇਉਂ ਜਦੋਂ ਸੁਚਮਤਾ ਰੱਖਦੇ ਐ, ਫਿਰ ਹਿਰਦੇ ਦੇ ਅੰਦਰ ਸੰਤੋਖ ਦੀ ਇੱਛਾ ਜਾਗਦੀ ਹੈ। ਲੋਭ ਨੂੰ ਤਿਆਗ ਕੇ ਸੰਤੋਖੀ ਚਿੱਤ ਹੋ ਗਏ ਤਲਵੰਡੀ ਨਿਵਾਸੀਆਂ ਦੇ। ਕੈਸੀ ਕਿਰਪਾ ਵਰਤਰੀ ਵਾਹਿਗੁਰੂ ਦੀ। ਸੁਚਮਤਾ ਰੱਖਦੇ ਐ, ਸੁਚ ਪਵਿੱਤਰਤਾ ਦੇ ਸਹਿਤ ਆਪ ਦਾ ਜੀਵਨ ਜਿਉਂਦੇ ਐ। ਲੋਭ ਨੂੰ ਤਿਆਗ ਕੇ ਸੰਤੋਖੀ ਚਿੱਤ ਹੋ ਗਏ ਹਨ। ਇਸ ਪ੍ਰਕਾਰ ਹੀ ਸੋਚ ਸੰਤੋਖ ਧਰਮ ਸਤ ਕਰੁਣਾ, ਤੇ ਧਰਮ ਨੂੰ ਧਾਰਨ ਕਰ ਲਿਆ ਤੇ ਸਤ ਬੋਲਦੇ ਐ ਤੇ ਕਰੁਣਾ ਦਇਆ ਕਰਦੇ ਸਭ ਦੇ ਉੱਪਰ। ਇਹੋ ਜੇ ਦੇਵਤਿਆਂ ਵਰਗੇ ਮਨੁੱਖ ਹੋ ਗਏ ਸਾਰੇ ਹੀ। ਅਸ ਸ਼ੁਭ ਕਰਮਨ ਮਹਿ ਆਚਰਨਾ, ਐਸੇ ਸ੍ਰੇਸ਼ਟ ਕਰਮਾਂ ਦੇ ਅੰਦਰ ਇਹਨਾਂ ਦਾ ਜਿਹੜਾ ਹੈ ਨਾ ਉੱਚਾ ਆਚਰਣ ਹੈ ਕਿ ਐਸੇ ਸ੍ਰੇਸ਼ਟ ਕਰਮਾਂ ਨੂੰ ਸਾਰੇ ਕਰਦੇ ਆ ਤਲਵੰਡੀ ਵਾਸੀ ਲੋਕ। ਸੀਤ ਸੁਗੰਧਤ ਮੰਦ ਸਮੀਰਾ, ਹੁਣ ਜਦੋਂ ਸਤਿਗੁਰਾਂ ਜੀ ਦਾ ਆਗਮਨ ਹੋਇਆ ਹੈ, ਹਵਾ ਕੈਸੀ ਚੱਲਦੀ ਹੈ। ਕਵੀਰਾਜ ਕਹਿੰਦੇ ਆ ਜਿਹੜੀ ਹਵਾ, ਜਿਹੜੀ ਠੰਡੀ ਠੰਡੀ ਹਵਾ ਚੱਲਦੀ ਹੈ, ਪਰ ਚੱਲਦੀ ਬਹੁਤ ਹੌਲੀ ਹੈ ਤੇ ਸੁਗੰਧੀ ਵਾਲੀ ਚੱਲਦੀ ਹੈ। ਬਹੁਤ ਸਾਰੀ ਖੁਸ਼ਬੂ ਆਉਂਦੀ ਹੈ ਹਵਾ ਦੇ ਵਿੱਚੋਂ, ਸਪਰਸ਼ ਕਰਦੀ ਹੈ ਜਦੋਂ ਜੀਆਂ ਨੂੰ, ਤੇ ਜੀਆਂ ਦੇ ਦੁੱਖ ਹੀ ਟੁੱਟਦੇ ਜਾਂਦੇ ਆ। ਇਹੋ ਜੀ ਸੁੰਦਰ ਹਵਾ, ਇਹੋ ਜੀ ਬਹੁਤ ਜ਼ਿਆਦੀ ਜਿਹੜੀ ਇਸ ਪ੍ਰਕਾਰ ਹੌਲੀ ਹੌਲੀ ਰੁਮਕਣ ਵਾਲੀ ਤੇ ਠੰਡੀ ਹਵਾ ਚੱਲਦੀ ਹੈ। ਚੱਲੈ ਜੋ ਹਰ ਹੀ ਸਭ ਬਿਦ ਪੀਰਾ, ਇਉਂ ਚੱਲਦੀ ਹਵਾ ਜਿਵੇਂ ਸਾਰੇ ਤਰੀਕਿਆਂ ਨਾਲ ਸਭ ਦੀ ਪੀੜਾ ਹੀ ਨਾਸ਼ ਕਰਦੀ ਜਾਂਦੀ ਹੋਵੇ, ਦੁੱਖ ਹੀ ਤੋੜਦੀ ਜਾਂਦੀ ਹੋਵੇ। ਇਹੋ ਜੀ ਹਵਾ ਚੱਲਦੀ ਹੈ। ਵਾਹਿਗੁਰੂ ਜੀ ਦੇ ਆਉਣ ਦੀ ਖੁਸ਼ੀ ਵਿੱਚ ਹਵਾ ਕਿਉਂ ਇਸ ਪ੍ਰਕਾਰ ਜਿਹੜਾ ਹੈ ਜੀਆਂ ਦੇ ਦਿਲਾਂ ਨੂੰ ਸੁਖ ਦੇ ਰਹੀ ਹੈ। ਬਾਦਰ ਆਵਹਿ ਭਰ ਭਰ ਬਾਰੀ, ਜਿਹੜੇ ਬੱਦਲ ਹਨ ਉਹ ਭਰ ਭਰ ਕੇ ਪਾਣੀ ਦੇ ਆਉਂਦੇ ਐ। ਬਰਖੇ ਨਰ ਇੱਛਾ ਅਨੁਸਾਰੀ, ਪਰ ਵਰਦੇ ਉਹਨਾਂ ਕੀ ਹੈ ਜਿੰਨਾ ਕਿ ਤਲਵੰਡੀ ਦੇ ਵਾਸੀ ਇੱਛਾ ਕਰਦੇ। ਜਿਵੇਂ ਉਥੋਂ ਦੇ ਲੋਕ ਜਿੰਨੀ ਇੱਛਾ ਕਰਦੇ ਉਨਾ ਹੀ ਬੱਦਲ ਪਾਣੀ ਪਾਉਂਦੇ ਆ, ਵੱਧ ਨਹੀਂ ਪਾਉਂਦੇ। ਅੰਦਰ ਵੀ ਡਰਦਾ ਭੈ ਮੰਨਦਾ ਸ੍ਰੀ ਗੁਰੂ ਜੀ ਨੇ ਜਿੱਥੇ ਅਵਤਾਰ ਧਾਰਨਾ, ਜਿੰਨਾ ਲੋਕ ਇੱਛਾ ਕਰਦੇ ਉਨੀ ਹੀ ਜਿਹੜੀ ਬੱਦਲ ਵਰਖਾ ਕਰਦੇ ਹਨ। ਫੂਲੇ ਫਲਹੇ ਬ੍ਰਿਖ ਸਮੁਦਾਈ, ਸਾਰੇ ਜਿਹੜੇ ਬ੍ਰਿਕਸ਼ ਹਨ ਉਹ ਫੁੱਲਾਂ ਤੇ ਫਲਾਂ ਨਾਲ ਐ ਲੱਦੇ ਗਏ ਐ। ਬਹੁਤ ਭਾਰੀ ਰਸਦਾਇਕ ਫਲ ਹਨ, ਬੜੇ ਖਿੜੇ ਹੋਏ ਫੁੱਲ ਸੁੰਦਰ ਲੱਗਦੇ ਐ। ਜਨ ਆਨੰਦਤਾ ਬਾਹਰ ਆਈ, ਇਉਂ ਲੱਗਦਾ ਕਿਵੇਂ ਜਿਵੇਂ ਖੁਸ਼ੀ ਧਰਤੀ ਤੋਂ ਬਾਹਰ ਆ ਗਈ ਹੈ, ਪ੍ਰਫੁੱਲਤ ਹੋ ਗਈ ਹੈ। ਆਨੰਦ ਜਿਹੜਾ ਧਰਤੀ ਤੋਂ ਜਿਹੜਾ ਹੈ ਉਹ ਬਾਹਰ ਆ ਗਿਆ ਏ। ਅੰਤਰ ਤਿਨ ਕੈ ਭਈ ਅਮੇਊ, ਇਹਨਾਂ ਦੇ ਅੰਦਰ ਧਰਤੀ ਦੇ ਸਮਾ ਹੀ ਨਹੀਂ ਸਕੀ ਹੋਵੇ ਜਿਵੇਂ ਖੁਸ਼ੀ। ਜਦ ਜੜ ਜੰਗਮ ਤਲਵੰਡ ਆਨੰਦੂ, ਜਿਹੜੇ ਤਲਵੰਡੀ ਦੇ ਜਿਹੜੇ ਹਨ ਲੋਕ ਜੜ ਤੇ ਜੰਗਮ, ਜਿਹੜੇ ਜੜ ਭਾਵ ਬ੍ਰਿਕਸ਼ ਹਨ, ਜੰਗਮ ਜਿਹੜੇ ਤੁਰੇ ਫਿਰਨ ਵਾਲੇ, ਚਾਹੇ ਕੋਈ ਉਹ ਹੁਣ ਕੀੜੇ ਮਕੌੜੇ ਐ, ਚਾਹੇ ਪਸ਼ੂ ਪਕਸ਼ੀ ਹਨ, ਚਾਹੇ ਜੀਵ ਹਨ, ਜਿੰਨੇ ਵੀ ਇਹ ਤਲਵੰਡੀ ਦੇ ਵਾਸੀ ਹੈ ਨਾ, ਸਭ ਨੂੰ ਇੱਕ ਅਲੌਕਿਕ ਜਿਹਾ ਆਨੰਦ ਪ੍ਰਾਪਤ ਹੋ ਰਿਹਾ ਹੈ। ਪਰ ਪਤਾ ਨਹੀਂ ਲੱਗ ਰਿਹਾ ਕਿ ਇੰਨਾ ਮਜ਼ਾ ਕਿਉਂ ਆ ਰਿਹਾ, ਇੰਨਾ ਆਨੰਦ ਕਿਉਂ ਆ ਰਿਹਾ, ਇੰਨਾ ਸੁੱਖ ਕਿਉਂ ਪ੍ਰਾਪਤ ਹੋ ਰਿਹਾ। ਸਭ ਤੋਂ ਵੱਧ ਖੁਸ਼ੀ ਧਰਤੀ ਨੂੰ ਹੈ, ਜਿਹਦੇ ਅੰਦਰ ਖੁਸ਼ੀ ਸਮਾ ਨਹੀਂ ਸਕੀ ਤੇ ਹਰਿਆਵਲਤਾ ਦੇ ਸਹਿਤ ਬਾਹਰ ਪ੍ਰਗਟ ਹੋ ਗਈ।
ਸਾਰੀ ਧਰਤੀ ਜਿਹੜੀ ਹੈ ਨਾ ਉਹ ਖੁਸ਼ੀ ਨੂੰ ਜਿਹੜਾ ਹੈ ਖੁਸ਼ੀ ਦਾ ਪ੍ਰਗਟਾਵਾ ਕਰ ਰਹੀ ਹੈ। ਆਨੰਦ ਉਹਦੇ ਅੰਦਰ ਨਹੀਂ ਸਮਾ ਸਕਿਆ, ਬਾਹਰ ਪ੍ਰਫੁੱਲਤ ਹੋ ਕਰਕੇ ਸਰ ਸਬਜ਼ ਹੋਈ ਧਰਤੀ ਸਭ ਨੂੰ ਦਿਖਾਈ ਦਿੰਦੀ ਹੈ। ਤੇ ਜਿਹੜੇ ਤਲਵੰਡੀ ਵਿੱਚ ਜੜ ਜੰਗਮ ਲੋਕ ਹਨ, ਭਾਵ ਜਿਹੜੇ ਜੜ ਬ੍ਰਿਕਸ਼ ਹਨ, ਇੱਥੋਂ ਤੱਕ ਕਿ ਪੱਥਰ ਆਦਿਕ ਵੀ ਜਿਹੜੇ ਹੈ ਸਭ ਸੁਖਕਾਰੀ ਹੋ ਗਏ, ਸਭ ਨੂੰ ਆਨੰਦ ਪ੍ਰਾਪਤ ਹੋ ਰਿਹਾ, ਪਸ਼ੂ ਪਕਸ਼ੀ ਆਨੰਦਿਤ ਹੋ ਰਹੇ ਹੈ, ਸਭ ਜੀਵ ਜੰਤੂ ਜਿਹੜੇ ਆ ਉਹ ਸੁਖ ਪਾ ਰਹੇ ਹਨ। ਭਾ ਪ੍ਰਵੇਸ਼ ਜਬ ਕੋ ਸੁਖ ਕੰਦੂ। ਜਦੋਂ ਦੇ ਸੁੱਖਾਂ ਦੇ ਫਲ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਆਗਮਨ ਹੋਇਆ ਨਾ ਮਾਤਾ ਜੀ ਦੇ ਉਦਰ ਦੇ ਅੰਦਰ, ਉਦੋਂ ਦੀ ਹੀ ਇਹੋ ਜੀ ਅਲੌਕਿਕ ਖੇਡ ਵਰਤ ਗਈ ਹੈ। ਅਸ ਜਬ ਬੀਤ ਗਏ 10 ਮਾਸਾ। ਇਸ ਤਰ੍ਹਾਂ ਜਦੋਂ 10 ਮਹੀਨੇ ਬਤੀਤ ਹੋਏ ਹਨ, ਸਰਦ ਸੁੰਦਰੀ ਇੰਦ ਪ੍ਰਕਾਸ਼ਾ। ਸਰਦੀਆਂ ਦੀ ਰੁੱਤ ਆ ਗਈ ਹੈ ਤੇ ਫਿਰ ਚੰਦਰਮਾ ਸੋਹਣਾ ਐਨ ਆਕਾਸ਼ ਦੇ ਅੰਦਰ ਪ੍ਰਕਾਸ਼ਦਾ ਏ। ਬਿਮਲ ਆਕਾਸ਼ ਸੋਹੇ ਗੁਣ ਤਾਰਾ। ਤੇ ਜਿਹੜੇ ਐ ਬਿਮਲ ਆਕਾਸ਼ ਬੜਾ ਹੀ ਉਜਲ ਹੈ ਤੇ ਸੋਹੇ ਗਣ ਤਾਰਾ, ਸਮੂਹ ਤਾਰਿਆਂ ਦਾ ਮੰਡਲ ਜਿਹੜਾ ਆਕਾਸ਼ ਵਿੱਚ ਬੜਾ ਹੀ ਸੋਹਣਾ ਲੱਗਦਾ ਹੈ। ਟਿਮਟਮਾਉਂਦੇ ਹੋਏ ਤਾਰੇ ਬੜੇ ਹੀ ਫੱਬਦੇ ਹਨ। ਜਿਮ ਜਗਿਆਸੀ ਔਰ ਆਚਾਰਾ। ਉਹ ਆਕਾਸ਼ ਬਿਮਲ ਉਜਲ ਹੋ ਗਿਆ, ਕਿਵੇਂ ਜਿਵੇਂ ਸਾਧਕ ਦਾ ਆਚਰਣ ਬੜਾ ਉਜਲ ਹੁੰਦਾ ਹੈ। ਮਨ ਰੋਕਿਆ ਹੁੰਦਾ ਨਾ, ਕੋਈ ਵੀ ਫੁਰਨਾ ਤੱਕ ਨਹੀਂ ਸਾਧਕ ਆਪਣੇ ਅੰਦਰ ਆਉਣ ਦਿੰਦਾ। ਜਿਹਨੇ ਵਾਹਿਗੁਰੂ ਨੂੰ ਮਿਲਣਾ, ਜਿਨ ਪਰਮੇਸ਼ਰ ਨਾਲ ਪ੍ਰੀਤ ਪਾਈ ਹੈ ਨਾ, ਉਹ ਫਿਰ ਭੈੜਾ ਫੁਰਨਾ ਤੱਕ ਨਹੀਂ ਆਪਣੇ ਅੰਦਰ ਆਉਣ ਦਿੰਦੇ। ਇਉਂ ਕਵਿਰਾਜ ਉਸ ਜਗਿਆਸੂ ਦਾ, ਉਸ ਸਾਧਕ ਦੇ ਹਿਰਦੇ ਦਾ ਪ੍ਰਮਾਣ ਦੇ ਕੇ ਕਹਿੰਦੇ, ਜਿਵੇਂ ਸਾਧਕ ਦਾ ਹਿਰਦਾ ਬੜਾ ਉਜਲ ਹੁੰਦਾ ਹੈ, ਇਵੇਂ ਆਕਾਸ਼ ਉਜਲ ਸਾਫ਼ ਹੈ ਸਾਰਾ ਹੀ। ਨਿਰਸ ਮੇਘ ਹੋਏ ਗੇ ਨਿਜ ਦੇਸ਼ੂ। ਜਿਹੜੇ ਬੱਦਲ ਵੈ ਉਹ ਤਾਂ ਪਾਣੀ ਤੋਂ ਰਹਿਤ ਹੋ ਕਰਕੇ ਆਪਣੇ ਦੇਸ਼ ਨੂੰ ਚਲੇ ਗਏ। ਹੁਣ ਬੱਦਲ ਜਿਹੜੇ ਉਹ ਕਿਤੇ ਆਕਾਸ਼ ਵਿੱਚ ਦਿਖਾਈ ਤੱਕ ਨਹੀਂ ਦਿੰਦੇ। ਜਿਮ ਸਤ ਸੰਗਤ ਮਿਟੇ ਕਲੇਸ਼ੂ। ਕਿਵੇਂ ਬੱਦਲ ਨਾਸ਼ ਹੋ ਗਏ, ਕਿਵੇਂ ਜੇ ਸਤ ਸੰਗਤ ਦੇ ਕਰਨ ਨਾਲ ਕਲੇਸ਼ ਸਾਰੇ ਮਿਟ ਜਾਂਦੇ, ਦੁੱਖ ਸਾਰੇ ਮਿਟ ਜਾਂਦੇ ਐ, ਇਵੇਂ ਸਾਰੇ ਬੱਦਲ ਨਾਸ਼ ਹੋ ਗਏ ਹਨ। ਉਰਜ ਮਾਸ ਕੀ ਪੂਰਨਮਾਸ਼ੀ। ਆ ਗਿਆ ਸਤਿਗੁਰਾਂ ਜੀ ਦੇ ਅਵਤਾਰ ਧਾਰਨ ਦਾ ਵਕਤ। ਉਰਜ ਮਾਸ ਕੀ ਪੂਰਨਮਾਸੀ, ਜਦੋਂ ਇਸ ਪ੍ਰਕਾਰ ਕੱਤਕ ਦਾ ਮਹੀਨਾ ਸੀਗਾ, ਪੂਰਨਮਾਸ਼ੀ ਵਾਲੀ ਉਹ ਰਾਤ ਹੈ, ਅੰਮ੍ਰਿਤ ਵੇਲੇ ਦਾ ਸਮਾਂ ਹੈ। ਹਰ ਕੀਰਤ ਸੋ ਜਾਉਨ ਪ੍ਰਕਾਸ਼ੀ। ਵਾਹਿਗੁਰੂ ਨੇ ਬਹੁਤ ਭਾਰੀ ਜਿਹੜੀ ਕੀਰਤੀ ਦੇ ਸਹਿਤ, ਜਿਵੇਂ ਚੰਦਰਮਾ ਦੀ ਚਾਂਦਨੀ ਪ੍ਰਕਾਸ਼ਦੀ ਹੈ ਨਾ, ਇਵੇਂ ਵਾਹਿਗੁਰੂ ਜੀ ਨੇ ਕੀਰਤੀ ਦਾ ਪ੍ਰਕਾਸ਼ ਕਰਨ ਲਈ, ਨਾਮ ਦਾ, ਭਗਤੀ ਦਾ ਪ੍ਰਕਾਸ਼ ਕਰਨ ਵਾਸਤੇ ਸੰਬਤ 9 ਖਟ ਸਹਸ 26। ਸੰਬਤ ਸਾਲ ਕਿਹੜਾ ਸੀ? 9 ਤੇ ਖਟ, 9 ਤੇ 6 15, 1500 ਸੰਬਤ ਸੀ। ਤੇ ਇਸ ਪ੍ਰਕਾਰ 26 ਉੱਤੇ ਲਾ ਲਓ, 1526ਵਾਂ ਸਾਲ ਸੀਗਾ। ਉਹ ਅਵਤਾਰ ਪ੍ਰਗਟ ਜਗਦੀਸ਼ਾ। ਜਗਤ ਦੇ ਮਾਲਕ ਆਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ, ਨਿਰੰਕਾਰ ਨੇ। ਭਇਓ ਅਚਾਨਕ ਸਭਨ ਉਛਾਹਾ। ਜਦੋਂ ਸਤਿਗੁਰੂ ਜੀ ਦਾ ਅਵਤਾਰ ਹੋਇਆ ਨਾ, ਪੈਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਦਾ ਸਮਾਂ, ਬੜਾ ਅਚਾਨਕ ਹੀ ਜਿਵੇਂ ਸਭ ਨੂੰ ਬਹੁਤ ਭਾਰੀ ਉਤਸ਼ਾਹ ਹੋਇਆ, ਬਹੁਤ ਜ਼ਿਆਦੀ ਖੁਸ਼ੀ ਪ੍ਰਗਟ ਹੋਈ ਸਭ ਗੁਪਤ ਪ੍ਰਗਟ ਜੀਆਂ ਨੂੰ। ਬਿਨ ਕਾਰਨ ਮਨ ਲਖ ਨਾ ਸਕਾਹਾ। ਪਰ ਜਿਨ੍ਹਾਂ ਨੂੰ ਪਤਾ ਨਹੀਂ, ਉਹ ਬਿਨਾਂ ਕਾਰਨ ਤੋਂ ਮਨ ਦੇ ਅੰਦਰ ਲਖ ਨਹੀਂ ਸਕੇ ਕਿ ਇੰਨੀ ਖੁਸ਼ੀ ਕਿਉਂ ਹੋ ਗਈ, ਇੰਨਾ ਆਨੰਦ ਕਿਉਂ ਪ੍ਰਗਟ ਹੋ ਰਿਹਾ। ਸਭ ਨਦੀਆਂ ਦੁੱਧ ਦੀਆਂ ਵਹਿ ਤੁਰੀਆਂ, ਇੰਨਾ ਪ੍ਰਕਿਰਤੀ ਨੇ ਆਨੰਦ ਪ੍ਰਗਟ ਕੀਤਾ, ਇੰਨੀ ਖੁਸ਼ੀ ਹੋਈ, ਸਾਰਾ ਆਸਮਾਨ ਵੀ ਜਿਵੇਂ ਖਿੜਿਆ ਹੋਵੇ, ਸਾਰੀ ਧਰਤੀ ਜਿਵੇਂ ਆਨੰਦ ਦੇ ਸਹਿਤ ਖਿੜ ਗਈ ਹੋਵੇ, ਇਉਂ ਸਾਰਿਆਂ ਨੂੰ ਬੜਾ ਹੀ ਆਨੰਦ ਆਇਆ। ਪਰ ਬਿਨਾਂ ਕਾਰਨ ਤੋਂ ਜੀਆਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇੰਨਾ ਆਨੰਦ, ਇੰਨਾ ਸੁੱਖ ਕਿਉਂ ਆ ਰਿਹਾ ਏ। ਧਰਾ ਆਕਾਸ਼ ਵਿਖੈ ਜੇ ਬਾਸੀ। ਜਿਹੜੇ ਧਰਤੀ ਤੇ ਆਕਾਸ਼ ਦੇ ਜਿਹੜੇ ਵਾਸੀ ਹਨ, ਸਾਰੇ ਹੀ ਗੁਪਤ ਮੰਗਲ ਕਰਹਿ ਸਿਮਰ ਅਬਨਾਸੀ। ਵਾਹਿਗੁਰੂ ਨੂੰ ਸਿਮਰ ਸਿਮਰ ਕੇ ਬਹੁਤ ਮੰਗਲ ਕਰਦੇ ਆ, ਖੁਸ਼ੀਆਂ ਕਰ ਰਹੇ ਆ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਤੇ। ਲੈ ਨਿਜ ਹੱਥਨ ਸੰਖ ਬਜਾਏ। ਆਪਣੇ ਹੱਥਾਂ ਵਿੱਚ ਸੰਖ ਲੈ ਕਰਕੇ ਸੰਖਾਂ ਦਾ ਨਾਦ ਪੂਰਿਆ ਦੇਵੀ ਦੇਵਤਿਆਂ ਨੇ। ਜੈ 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 ਮੁਖ ਬਚਨ ਸੁਨਾਏ। ਮੁਖ ਤੋਂ ਜੈ ਜੈਕਾਰ ਦੀਆਂ ਧੁਨਾਂ ਲਾ ਦਿੱਤੀਆਂ, ਤਲਵੰਡੀ ਦੇ ਅੰਦਰ ਜੈ ਜੈਕਾਰ
ਦੀਆਂ ਆਵਾਜ਼ਾਂ ਚਾਰ ਸਫੇਰੇ ਸੁਣਾਈ ਦਿੱਤੀਆਂ। ਅਮਰਨ ਮਿਲ ਕਰ ਮਲ ਕਸਾਈ। ਤੇ ਦੇਵਤਿਆਂ ਨੇ ਮਿਲ ਕਰਕੇ ਤੇ ਸਮੇਂ ਚੰਦਨ ਜਿਹੜਾ ਸੀ ਉਸ ਨੂੰ ਘਸਾਉਣਾ ਕੀਤਾ। ਕੁੰਕਮ ਪੁਨ ਘਨਸਾਰ ਮਿਲਾਈ। ਇਸ ਪ੍ਰਕਾਰ ਫਿਰ ਜਿਹੜਾ ਇਸ ਪ੍ਰਕਾਰ ਕੇਸਰ ਸੀਗਾ ਉਹਨੂੰ ਮਿਲਾ ਕਰਕੇ ਇਸ ਪ੍ਰਕਾਰ ਚੰਦਨ ਦੇ ਵਿੱਚ ਕਾਲੂ ਕੇ ਮੰਦਰ ਪਰ ਚਰਚਹੇ। ਤੇ ਇਸ ਪ੍ਰਕਾਰ ਕਪੂਰ ਦੇ ਵਿੱਚ ਕੇਸਰ ਨੂੰ ਮਿਲਾ ਕਰਕੇ ਇਹ ਸੋਹਣੀ ਖੁਸ਼ਬੂ ਤਿਆਰ ਕਰਕੇ ਬਾਬਾ ਕਾਲੂ ਜੀ ਦੇ ਉਸ ਮਹਿਲ ਦੇ ਉੱਤੇ ਜਿਹੜਾ ਹੈ ਉਹ ਛਿੜਕਦੇ ਹਨ। ਮੰਦਾਰਨ ਕੁਸਮਾਂਜਲ ਅਰਚਹੇ। ਤੇ ਉਸ ਮਹਿਲ ਦੇ ਉੱਤੇ ਫੁੱਲਾਂ ਦੀਆਂ ਬਰਖਾਂ ਕਰਦੇ ਆ ਦੇਵੀ ਦੇਵਤੇ ਜਿਸ ਮਹਿਲ ਵਿੱਚ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਏ। ਧਾਇਨ ਸੇਮਿਯੰ ਮਾਨ ਕੁਲੀਨਾ। ਜਿਸ ਸਮੇਂ ਦਾਈਆਂ ਦੇ ਸੇਵਨੇ ਯੋਗ ਹੋਏ ਆ ਉੱਚੀ ਕੁਲ ਦੇ ਮਾਤਾ ਜੀ। ਭਏ ਪ੍ਰਸੂਤਾ ਅਤ ਸੁਖ ਲੀਨਾ। ਸ੍ਰੀ ਗੁਰੂ ਜੀ ਦਾ ਜਦੋਂ ਅਵਤਾਰ ਹੋਇਆ ਬਹੁਤ ਸਭ ਨੇ ਸੁਖ ਲੈਣਾ ਕੀਤਾ। ਅਸ਼ਟ ਦੀਪਤ ਗ੍ਰਹਿ ਜਾਨੋ। ਹੁਣ ਕਵਿਰਾਜ ਦੱਸਦੇ ਆ ਜਦੋਂ ਮਹਾਰਾਜ ਜੀ ਦਾ ਅਵਤਾਰ ਹੋਇਆ ਏ ਉਸ ਸਮੇਂ 8 ਮੂੰਹਾਂ ਵਾਲਾ ਦੀਵਾ ਜਿਹੜਾ ਸੀ ਨਾ ਉਹ ਉਸ ਕਮਰੇ ਵਿੱਚ ਜਗ ਰਿਹਾ ਸੀ। ਅੰਮ੍ਰਿਤ ਵੇਲੇ ਜਦੋਂ ਸ੍ਰੀ ਗੁਰੂ ਜੀ ਦਾ ਪ੍ਰਕਾਸ਼ ਹੋਇਆ ਏ। ਛਬ ਘਟ ਗਈ ਬਾਲ ਰਬ ਮਾਨੋ। ਜਿਵੇਂ ਜਿਹੜਾ ਬਾਲ ਰਬ ਭਾਵ ਚੜ੍ਹਦਾ ਸੂਰਜ ਹੁੰਦਾ ਨਾ ਉਹਦਾ ਕਿੱਡਾ ਪ੍ਰਤਾਪ ਹੁੰਦਾ ਹੈ, ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਚੜ੍ਹਦੇ ਸੂਰਜ ਵਾਂਗ ਜਦੋਂ ਏਡਾ ਪ੍ਰਕਾਸ਼ ਹੋਇਆ ਕਿ ਉਸ 8 ਮੂੰਹਾਂ ਵਾਲੇ ਦੀਵੇ ਦੀ ਰੌਸ਼ਨੀ ਮੱਧਮ ਪੈ ਗਈ। ਇੰਨਾ ਪ੍ਰਕਾਸ਼ ਹੋਇਆ। ਇਸੇ ਕਰਕੇ ਭਾਈ ਸਾਹਿਬ ਨੇ ਲਿਖਿਆ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਸਤਿਗੁਰੂ ਨਾਨਕ ਪ੍ਰਗਟ ਹੋਵਾ ਮਿੱਟੀ ਧੁੰਦ ਜਗ ਚਾਨਣ ਹੋਵਾ। ਇਹ ਵਾਕ ਭਾਈ ਸਾਹਿਬ ਜੀ ਨੇ ਕਹੇ ਹੈ। ਸਤਿਗੁਰੂ ਜੀ ਦਾ ਜਦੋਂ ਪ੍ਰਕਾਸ਼ ਹੋਇਆ ਹੈ ਉਸ ਸਮੇਂ 8 ਮੂੰਹਾਂ ਵਾਲਾ ਜਿਹੜਾ ਦੀਵਾ ਬਲ ਰਿਹਾ ਸੀ ਉਹਦੀ ਰੌਸ਼ਨੀ ਜਿਹੜੀ ਸੀ ਉਹ ਗਾਇਬ ਹੀ ਹੋ ਗਈ। ਐਡਾ ਭਾਰੀ ਪ੍ਰਕਾਸ਼ ਹੋਇਆ। ਦਿਪਤ ਤੇਜ ਜਿਹ ਕਾਂਤ ਅਨੂਪਾ। ਮਹਾਰਾਜ ਦੇ ਮਸਤਕ ਦੇ ਉੱਤੇ ਪ੍ਰਤਾਪ ਜਿਹੜਾ ਹੈ ਉਹ ਬਹੁਤ ਭਾਰੀ ਪ੍ਰਕਾਸ਼ ਰਿਹਾ ਹੈ। ਤੇ ਐਸੀ ਉਪਮਾ ਜਿਹਨੂੰ ਸ਼ਬਦਾਂ ਦੇ ਨਾਲ ਉਪਮਾ ਕੀਤੀ ਨਹੀਂ ਜਾ ਸਕਦੀ। ਐਸੀ ਕ੍ਰਾਂਤੀ ਐਸਾ ਪ੍ਰਤਾਪ ਹੈ ਮਸਤਕ ਦੇ ਉੱਤੇ। ਬਿਸਮੈ ਧਾਏ ਹੇਰ ਸਿਸ ਰੂਪਾ। ਬਾਲਕ ਦਾ ਐਸਾ ਰੂਪ ਵੇਖ ਕਰਕੇ ਜਿਹੜੀ ਦੌਲਤਾਂ ਦਾਈ ਹੈ ਨਾ ਉਹ ਬਿਸਮੀ ਹੋ ਗਈ, ਹੈਰਾਨ ਹੀ ਹੋ ਗਈ ਹੈ। ਸ੍ਰੀ ਗੁਰੂ ਜੀ ਨੂੰ ਪਰਸਿਆ ਜਿਸ ਵਕਤ ਤੇ ਉਹਨੂੰ ਇੰਨਾ ਆਨੰਦ ਆਇਆ, ਇੰਨਾ ਸੁਖ ਆਇਆ ਕਿ ਹੈਰਾਨ ਹੋ ਗਈ ਦੌਲਤਾਂ ਦਾਈ। ਜਨਮਤ ਮਿਰਦੁਲ ਬਾਲ ਮੁਸਕਾਈ। ਤੇ ਜਦੋਂ ਸ੍ਰੀ ਗੁਰੂ ਜੀ ਨੇ ਅਵਤਾਰ ਧਾਰਿਆ ਨਾ ਅਵਤਾਰ ਧਾਰਦਿਆਂ ਹੀ ਮਹਾਰਾਜ ਬਹੁਤ ਕੋਮਲ ਮੁਸਕਰਾਹਟ ਦਿੱਤੀ ਹੈ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਪਹਿਲਾਂ। ਸਗਨ ਕੁਸਗਨ ਨਾ ਜਾਣਿਓ ਜਾਈ। ਇਹ ਹੁਣ ਵਿਚਾਰੀ ਦੌਲਤਾਂ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਸਗਨ ਵੈ ਕਿ ਜਾਂ ਕੁਸ਼ਗਨ ਵੈ, ਕਿਉਂਕਿ ਬਾਲਕ ਤਾਂ ਰੋਂਦੇ ਐ ਪਰ ਸ੍ਰੀ ਗੁਰੂ ਜੀ ਹੱਸੇ ਆ ਜਦੋਂ ਮਹਾਰਾਜ ਜੀ ਦਾ ਆਗਮਨ ਹੋਇਆ। ਇਹ ਦੌਲਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਲੱਗਾ, ਸੋਚਦੀ ਹੈ ਪਤਾ ਨਹੀਂ ਸ਼ਗਨ ਹੋਇਆ ਕਿ ਜਾਂ ਅਪਸ਼ਗਨ ਹੋਇਆ ਏ। ਅਨੰਤ ਬਾਲ ਜਨਮਤ ਸਭ ਰੋਤੇ। ਕਿਉਂਕਿ ਸੋਚਦੀ ਆ ਹੋਰ ਬਾਲਕ ਜਿੰਨੇ ਵੀ ਜਨਮ ਲੈਂਦੇ ਆ ਜਨਮਦਿਆਂ ਹੀ ਰੋਂਦੇ ਆ। ਜੇ ਰੋਣ ਨਾ ਤਾਂ ਡਾਕਟਰ ਕਹਿੰਦੇ ਠੀਕ ਨਹੀਂ ਰਹੇਗਾ, ਉਹ ਰਵਾਉਂਦੇ ਵੀ ਆ, ਕਹਿੰਦੇ ਆ ਮੈਡੀਕਲ ਦੇ ਮੁਤਾਬਕ ਤੇ ਇਉਂ ਵੈਦਿਕ ਦੇ ਮੁਤਾਬਕ ਸਾਰੇ ਇਉਂ ਸੋਚਦੇ ਆ। ਤੇ ਇਹ ਵੀ ਦੌਲਤਾਂ ਜਿਹੜੀ ਆ ਮਨ ਵਿੱਚ ਇਉਂ ਵਿਚਾਰਦੀ ਹੈ ਕਿ ਜਿੰਨੇ ਵੀ ਬਾਲਕ ਜਨਮ ਲੈਂਦੇ ਆ ਉਹ ਸਾਰੇ ਹੀ ਜਨਮਦਿਆਂ ਰੋਂਦੇ ਹਨ। ਬਿਗਸਤ ਇਹ ਜਿਵ ਆਨੰਦ ਹੋਤੇ। ਇਹ ਤਾਂ ਇਉਂ ਹੱਸ ਰਹੇ ਆ ਜਿਵੇਂ ਬੜਾ ਆਨੰਦ ਦੇ ਸਹਿਤ ਹਨ, ਬੜੇ ਖੁਸ਼ ਹਨ, ਇਉਂ ਪ੍ਰਸੰਨ ਹਨ, ਇਹ ਇਉਂ ਹੱਸ ਰਹੇ ਐ। ਅਲਪ ਬੁੱਧ ਕਿਉਂ ਧਾਏ ਲਖਾਹੀ। ਹੁਣ ਥੋੜੀ ਬੁੱਧੀ ਐ ਨਾ ਵਿਚਾਰੀ ਧਾਏ ਦਾਈ ਦੀ। ਦੌਲਤਾਂ ਦਾਈ ਕਿਵੇਂ ਲੱਖ ਸਕਦੀ ਐ, ਕਿਵੇਂ ਜਾਣ ਸਕਦੀ ਐ ਕਿ ਕਿਰੇ ਤੇਰੇ ਕਿੱਡੇ ਵੱਡੇ ਭਾਗ ਹਨ ਜਿਨ੍ਹਾਂ ਦੇ ਸਰੀਰ ਨੂੰ ਤੂੰ ਇਹ ਦੌਲਤਾਂ ਪਰਸ ਲਿਆ ਏ, ਜਿਨ੍ਹਾਂ ਨੂੰ ਦੇਵੀ ਦੇਵਤੇ ਪਏ ਤਰਸਦੇ ਐ, ਕੁੱਲ ਆਲਮ ਹੀ ਜਿਨ੍ਹਾਂ ਦੇ ਦੀਦਾਰ ਨੂੰ ਤਰਸਦਾ ਏ, ਦੌਲਤਾਂ ਤੂੰ ਉਹਨਾਂ ਨੂੰ ਪਰਸਿਆ ਏ। ਇਹਨੂੰ ਵਿਚਾਰੀ ਨੂੰ ਨਹੀਂ ਪਤਾ, ਅਲਪ ਬੁੱਧੀ ਹੋਣੇ ਕਰਕੇ ਨਹੀਂ ਅਨੁਮਾਨ ਲੱਗਿਆ ਏ। ਜਨਮ ਮਰਨ ਇਸ ਪੀੜਾ ਨਾਹੀ। ਇਹ ਤਾਂ ਉਹ ਹਨ ਜਿਨ੍ਹਾਂ ਨੂੰ ਜੰਮਣ ਮਰਨ ਦੀ ਪੀੜਾ ਨਹੀਂ ਹੈ। ਇਹ ਤਾਂ ਉਹ ਨੇ ਜਿਨ੍ਹਾਂ ਦਾ ਦਰਸ਼ਨ ਕਰਕੇ ਹੀ ਲੋਕਾਂ ਦੀ ਸੰਸਾਰ ਦੀ ਜੰਮਣ ਮਰਨ ਦੀ ਪੀੜਾ ਨਾਸ਼ ਹੋ ਜਾਵੇਗੀ। ਇਹ ਤਾਂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ,
ਉਹ ਤਾਂ ਆਪ ਖੁਦ ਪਰਮੇਸ਼ਰ ਆ ਗਏ ਹਨ। ਇਉਂ ਦੌਲਤਾਂ ਨੂੰ ਵਿਚਾਰੀ ਨੂੰ ਨਹੀਂ ਪਤਾ ਲੱਗਾ। ਦਾਸੀ ਦੌੜ ਦਈ ਸੁਧ ਕਾਲੂ। ਤੇ ਦਾਸੀ ਨੇ ਨਾ ਦੌੜ ਕਰਕੇ ਫਿਰ ਖਬਰ ਜਿਹੜੀ ਸੀ ਸ੍ਰੀ ਗੁਰੂ ਜੀ ਦਾ ਜਦੋਂ ਆਗਮਨ ਹੋਇਆ, ਬਾਬਾ ਕਾਲੂ ਜੀ ਨੂੰ ਦੌੜ ਕੇ ਬਾਹਰ ਖਬਰ ਦੇਣਾ ਕੀਤੀ। ਲੇਹ ਵਧਾਈ ਆਨੰਦ ਬਿਲਾਸੂ। ਤੇ ਆਨੰਦ ਦਾ ਇਹ ਬੜਾ ਭਾਰੀ ਬਚਨ ਹੈ। ਵਧਾਈ ਲਓ ਬਾਬਾ ਕਾਲੂ ਜੀ, ਜਿਹੜਾ ਹੈ ਇਹ ਬੜਾ ਹੀ ਆਨੰਦ ਦਾ ਸੁਖਦਾਈ ਬਚਨ ਹੈ। ਕਾਂਤਮਾਨ ਭਾ ਤਾਤ ਤੁਮਾਰੇ। ਤੁਹਾਡੇ ਘਰ ਦੇ ਅੰਦਰ ਜਿਹੜਾ ਪੁੱਤਰ ਆਇਆ ਨਾ, ਉਹਦੀ ਬਹੁਤ ਭਾਰੀ ਕ੍ਰਾਂਤੀ ਹੈ, ਮੁਖ ਦੇ ਉੱਤੇ ਬੜਾ ਭਾਰੀ ਪ੍ਰਤਾਪ ਹੈ। ਮੰਗਲ ਕਰੋ ਬਿਬਦ ਪ੍ਰਕਾਰੇ। ਅਨੇਕਾਂ ਪ੍ਰਕਾਰ ਦੇ ਮੰਗਲ ਖੁਸ਼ੀਆਂ ਜਿਹੜੀਆਂ ਹੁਣ ਕਰਨਾ ਕਰੋ। ਸੁਧ ਉਪਜਨ ਕੇ ਸੁਨ ਕਰ ਬੈਨਾ। ਆਪਣੇ ਘਰ ਦੇ ਅੰਦਰ ਪੁੱਤਰ ਦੇ ਪੈਦਾ ਹੋਣ ਦੇ ਜਦੋਂ ਬਚਨ ਸੁਣੇ ਆ ਬਾਬਾ ਕਾਲੂ ਜੀ ਨੇ, ਮਨਹੁ ਜਗਤ ਸੁਖ ਪ੍ਰਾਪਤ ਐਨਾ। ਜਦੋਂ ਜਾਣੋ ਕਿ ਸਾਰੇ ਜਗਤ ਦਾ ਸੁਖ ਹੀ ਘਰ ਦੇ ਅੰਦਰ ਪ੍ਰਾਪਤ ਹੋ ਗਿਆ ਹੋਵੇ, ਇੰਨਾ ਮਨ ਆਨੰਦਿਤ ਹੋਇਆ ਏ। ਜਨਮ ਰੰਕ ਜਿਉ ਸਦਨ ਸੰਤਾਨਾ। ਇਉਂ ਆਨੰਦ ਆਇਆ, ਕਹਿੰਦੇ ਜਿਵੇਂ ਜਨਮ ਤੋਂ ਕੋਈ ਕੰਗਾਲ ਹੋਵੇ ਤੇ ਉਹਨੂੰ ਘਰ ਦੇ ਵਿੱਚ ਹੀ ਕਲਪ ਬ੍ਰਿਸ਼ ਪ੍ਰਾਪਤ ਹੋ ਜਾਵੇ। ਆਨ ਲੱਗਿਓ ਤਿਉ ਉਰ ਹਰਖਾਨਾ। ਇਉਂ ਹਿਰਦੇ ਵਿੱਚ ਖੁਸ਼ੀ ਹੋਈ ਮਹਾਰਾਜ ਦੇ ਅਵਤਾਰ ਧਾਰਨ ਦੀ ਜਦੋਂ ਖਬਰ ਸੁਣੀ। ਇਉਂ ਲੱਗਿਆ ਕਿ ਜਿਵੇਂ ਜਨਮ ਤੋਂ ਕੰਗਾਲ ਨੂੰ ਘਰ ਦੇ ਅੰਦਰ ਕਲਪ ਬ੍ਰਿਸ਼ ਰੁੱਖ ਹੀ ਲੱਗਿਆ ਹੋਇਆ ਪ੍ਰਾਪਤ ਹੋ ਗਿਆ ਹੋਵੇ। ਇੰਨਾ ਆਨੰਦ ਆਇਆ ਹਜੂਰ ਦੇ ਅਵਤਾਰ ਧਾਰਨ ਦੀ ਖੁਸ਼ੀ ਦੇ ਵਿੱਚ। ਜਸਪਤ ਜਾਏ ਕੀਨ ਇਸ਼ਨਾਨਾ। ਬੜੀ ਛੇਤੀ ਨਾਲ ਜਾ ਕਰਕੇ ਬਾਬਾ ਕਾਲੂ ਜੀ ਨੇ ਇਸ਼ਨਾਨ ਕੀਤਾ। ਵਸਤਰਨ ਯੁਤ ਜਿਉ ਬੇਦ ਬਖਾਨਾ। ਵਸਤਰਾਂ ਦੇ ਸਹਿਤ ਸਾਰੀ ਸੁਚਮਤਾ ਕੀਤੀ ਜਿਵੇਂ ਵੇਦਾਂ ਵਿੱਚ ਦੱਸਿਆ ਏ। ਔਰ ਪਰਮੇਸ਼ਰ ਕੋ ਕਰ ਧਿਆਨਾ। ਹਿਰਦੇ ਵਿੱਚ ਵਾਹਿਗੁਰੂ ਦਾ ਧਿਆਨ ਕਰਨਾ ਕੀਤਾ। ਬੰਧਨ ਕਰਹਿ ਬੰਦ ਜੁਗ ਪਾਨਾ। ਦੋਵੇਂ ਹੱਥ ਜੋੜ ਕਰਕੇ ਨਿਰੰਕਾਰ ਦਾ ਸ਼ੁਕਰਾਨਾ ਕੀਤਾ, ਪਰਮੇਸ਼ਰ ਦੇ ਅੱਗੇ ਨਮਸਕਾਰ ਕੀਤੀ। ਇਹ ਬਿਦ ਜਨਮ ਭਇਓ ਜਗ ਗੁਰ ਕੋ। ਇਸ ਤਰ੍ਹਾਂ ਜਗਤ ਦੇ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਦਾ ਆਗਮਨ ਹੋਇਆ ਸੰਸਾਰ ਤੇ। ਸੁਖ ਦੇਵਨ ਭਗਤਨ ਪੁਨ ਧਰ ਕੋ। ਸੁਖ ਦੇਵਨ ਵਾਸਤੇ ਆਏ ਆ ਹਜੂਰ ਭਗਤਾਂ ਨੂੰ ਤੇ ਪੁੰਨ ਧਰ ਕੋ। ਫਿਰ ਧਰਤੀ ਨੂੰ ਸੁਖ ਦੇਣ ਵਾਸਤੇ ਆਏ। ਮਹਾਰਾਜ ਧਰਤੀ ਦਾ ਭਾਰ ਲਾਉਣ ਵਾਸਤੇ ਆਏ ਹਜੂਰ। ਪਾਪਾਂ ਦਾ ਪਿਆ ਹੋਇਆ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਭਗਤਾਂ ਨੂੰ ਸੇਵਕਾਂ ਨੂੰ ਸੁਖ ਦੇਣ ਵਾਸਤੇ ਆਏ। ਜਿਵੇਂ ਗੁਰੂ ਕਲਗੀਧਰ ਜੀ ਨੇ ਕਿਹਾ ਨਾ ਕਿ ਤਿੰਨ ਬੇਦੀਆਂ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ। ਹਜੂਰ ਸੁਖ ਦੇਣ ਲਈ ਸਿੱਖਾਂ ਨੂੰ ਭਗਤਾਂ ਨੂੰ ਅਵਤਾਰ ਧਾਰਿਆ। ਧਰਤੀ ਨੂੰ ਸਤਿਗੁਰੂ ਜੀ ਸੁਖ ਦੇਣ ਵਾਸਤੇ ਹਜੂਰ ਨੇ ਅਵਤਾਰ ਧਾਰਨ ਕੀਤਾ। ਆਗੈ ਜਿਉ ਜਿਉ ਭਇਓ ਉਛਾਹੂ। ਅੱਗੇ ਜਿਵੇਂ ਜਿਵੇਂ ਭਾਈ ਬਾਲਾ ਜੀ ਕਹਿੰਦੇ ਉਤਸ਼ਾਹ ਹੁੰਦਾ ਸ੍ਰੀ ਗੁਰੂ ਜੀ ਦੇ ਜੀਵਨ ਦਾ। ਸੁਨੋ ਕਥਾ ਭਵ ਵਡ ਰੁਜ ਦਾਹੂ। ਉਹ ਕਥਾ ਸਰੋਤਾ ਜਨੋ ਸੁਣੋ ਜੋ ਸੰਸਾਰ ਦੇ ਵੱਡੇ ਵੱਡੇ ਰੋਗਾਂ ਨੂੰ ਨਾਸ਼ ਕਰ ਦੇਣ ਵਾਲੀ ਸ੍ਰੀ ਗੁਰੂ ਜੀ ਦੇ ਜੀਵਨ ਦੀ ਕਥਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਵਤਾਰ ਧਾਰਨ ਦਾ ਪ੍ਰਸੰਗ ਜੋ ਹੈ, ਇਹ ਤੀਸਰਾ ਅਧਿਆਇ ਸੰਪੂਰਨ ਹੋਇਆ ਹੈ। ਅੱਗੇ ਚੌਥਾ ਅਧਿਆਇ ਆਰੰਭ ਹੋਵੇਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਪਵਿੱਤਰ ਪ੍ਰਕਾਸ਼ ਗੁਰਪੁਰਬ 30 ਤਰੀਕ ਨੂੰ ਆ ਰਿਹਾ ਹੈ। ਇੱਥੇ ਸੋਮਵਾਰ ਬਣਦਾ ਹੈ ਤੇ ਨਿਊ ਜਰਸੀ ਦੀ ਸੰਗਤ ਨੇ ਹੁਕਮ ਕੀਤਾ ਹੈ ਕਿ ਸ੍ਰੀ ਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਉੱਥੇ ਜਾਣਾ ਹੈ ਤੇ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਉਤਸ਼ਾਹ ਦੀ ਕਥਾ ਜਿਹੜੀ ਹੁਣ ਹੋਵੇਗੀ। ਆ ਕੇ ਆਪਾਂ ਜੇ ਤਾਂ ਸੰਗਤ ਨੇ ਇੱਛਾ ਕੀਤੀ ਤਾਂ ਇਹੀ ਲੜੀਵਾਰ ਕਥਾ ਜਿਹੜੀ ਹੈ ਉਹ ਚੱਲੇਗੀ, ਨਹੀਂ ਤਾਂ ਫਿਰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਵਿਸ਼ੇਸ਼ ਕਥਾ ਜਿਹੜੀ ਹੁਣ 3-4 ਦਿਨ ਜਿਹੜੀ ਹੋਊਗੀ। 1-2 ਦਿਨ ਸਫ਼ਰ ਵਿੱਚ ਜਿਹੜਾ 1 ਦਿਨ ਸ਼ਾਇਦ ਲੰਘ ਜਾਵੇਗਾ ਤੇ ਜਿਵੇਂ ਫਿਰ ਸਤਿਗੁਰੂ ਜੀ ਕਿਰਪਾ ਕਰਨਗੇ ਸ੍ਰੀ ਗੁਰੂ ਜੀ ਦੇ ਅਵਤਾਰ ਧਾਰਨ ਦੀ ਜਿਹੜੀ ਕਥਾ ਹੈ ਉਹ ਆਪਾਂ 3-4 ਦਿਨ ਹੁਣ ਇਹ ਆਵੇਗੀ। ਆ ਕੇ ਫਿਰ ਇਥੋਂ ਲੜੀ ਸ਼ੁਰੂ ਕਰ ਲਵਾਂਗੇ। ਜੇ ਸੰਗਤ ਨੇ ਇੱਛਾ ਕੀਤੀ ਤਾਂ ਇਹੀ ਲੜੀ ਚੱਲਦੀ ਰਹੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਗਰੀਬ ਨਵਾਜ ਬਖਸ਼ ਲੈਣੀਆਂ, ਅੱਗੇ ਵਾਸਤੇ ਮਹਾਰਾਜ ਸਮਤ ਬਖਸ਼ਣੀ, ਆਪਣੀ ਪਿਆਰੀ ਸਿੱਖੀ ਬਖਸ਼ ਕੇ ਮਹਾਰਾਜ ਨਿਹਾਲ ਕਰਨਾ ਜੀ। ਆਗੈ ਜਿਉ ਜਿਉ ਭਇਓ ਉਛਾਹੂ। ਸੁਨੋ ਕਥਾ ਭਵ ਵਡ ਰੋਜ ਦਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ
ਅਬਿਨਾਸੀ ਅਗਨਾਸ हे ਪੂਰਨ हे ਸਰਬ ਮੈਂ ਦੁਖ ਭੰਜਨ ਗੁਣ ਤਾਸ हे ਸੰਗੀ हे ਨਿਰੰਕਾਰ हे ਨਿਰਗੁਣ ਸਭ ਟੇਕ हे ਗੋਬਿੰਦ हे ਗੁਣ ਨਿਧਾਨ ਜਾ ਕੈ ਸਦਾ ਬਵੇਕ हे अपरंपर हर हरे है पी होवन ਹਾਰ हे संत है कै सदा संग निधारा ਆਧਾਰ हे ठाकुर हूँ दासर मैं निर्गुण गुण नहीं ਕੋਏ नानक दीजै नाम दान राखो हियै ਪਰੋਏ आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो श्रद्धा कर सेवंदे गुर पार उतारन हार कथा निता प्रत होत है सुनो सो सिंह सो जान नानक गुरु गोबिंद सिंह जी सदा करੈ कल्याण नानक गुरु गोबिंद सिंह जी सदा करੈ कल्याण। वाहिगुरु जी का खालसा वाहिगुरु जी की फतेह।